गुरु नानक देव यूनिवर्सिटी ने बनाया एक होर रिकॉर्ड। नैक A++ ग्रेड नाल गुरु नानक देव यूनिवर्सिटी बनी देश की आला यूनिवर्सिटी। यूनिवर्सिटी ਨੂੰ A++ ग्रेड ਨਾਲ 4 ਵਿੱਚੋਂ ਮਿਲੇ 3.85 ਅੰਕ। ਅਧਿਆਪਕਾਂ, ਖੋਜਾਰਥੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦੀ ਮਿਹਨਤ ਰੰਗ ਲਿਆਈ, ਕਿਹਾ ਵਾਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਨੇ। ਦੇਸ਼ ਦੇ ਸਾਰੇ ਵਿਦਿਅਕ ਅਦਾਰਿਆਂ ਦੀ ਰੈਂਕਿੰਗ ਕਰਨ ਵਾਲੀ ਨੈਸ਼ਨਲ ਅਸੈਸਮੈਂਟ ਐਂਡ ਐਕ੍ਰੈਡੀਟੇਸ਼ਨ ਕੌਂਸਲ ਨੈਕ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 4 ਵਿੱਚੋਂ 3.85 ਸਕੋਰ ਦੇ ਕੇ ਦੇਸ਼ ਦੀ ਆਲਾ ਯੂਨੀਵਰਸਿਟੀ ਕਰਾਰ ਦਿੱਤਾ ਗਿਆ ਹੈ। ਹਾਲ ਵਿੱਚ ਹੀ ਨੈਕ ਹਾਈ ਪਾਵਰ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ ਸੀ, ਜਿਸ ਦੇ ਬਾਅਦ ਯੂਨੀਵਰਸਿਟੀ ਦਾ ਮੁਕੰਮਲ ਮੁਲਾਂਕਣ ਕਰਨ ਤੋਂ ਬਾਅਦ ਰਿਪੋਰਟ ਦਿੱਤੀ ਤੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀ ਸਭ ਤੋਂ ਵੱਧ ਨੰਬਰ ਲੈ ਕੇ ਸਰਵੋਤਮ ਯੂਨੀਵਰਸਿਟੀ ਬਣ ਗਈ ਹੈ। ਨੈਕ ਵੱਲੋਂ ਯੂਨੀਵਰਸਿਟੀ ਨੂੰ ਸਭ ਤੋਂ ਵਧੀਆ ਸਕੋਰ ਦੇਣ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਲਿਆਰੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਪੂਰੀ ਯੂਨੀਵਰਸਿਟੀ ਭਾਈਚਾਰੇ ਵੱਲੋਂ ਇਸ ਦੀਆਂ ਵਧਾਈਆਂ ਵਾਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੂੰ ਦਿੱਤੀਆਂ ਜਾ ਰਹੀਆਂ ਨੇ। ਯੂਨੀਵਰਸਿਟੀ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸਕੋਰ ਲੈ ਕੇ ਰਿਕਾਰਡ ਬਣਾਉਣ ਦਾ ਸਿਹਰਾ ਯੂਨੀਵਰਸਿਟੀ ਦੀ ਫੈਕਲਟੀ ਵੱਲੋਂ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਦੇ ਸਿਰ ਸਜਾਇਆ ਜਾ ਰਿਹਾ ਹੈ। ਇਹ ਸੂਚਨਾ ਨੈਕ ਵੱਲੋਂ ਜਿਉਂ ਹੀ ਯੂਨੀਵਰਸਿਟੀ ਨੂੰ ਭੇਜੀ ਗਈ ਤਾਂ ਯੂਨੀਵਰਸਿਟੀ ਵਿੱਚ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਹੋ ਗਿਆ। ਨੈਸ਼ਨਲ ਅਸੈਸਮੈਂਟ ਐਕ੍ਰੈਡੀਟੇਸ਼ਨ ਕਾਉਂਸਲ ਹੈ ਬੈਂਗਲੌਰ ਦੀ ਆਟੋਨਮਸ ਬਾਡੀ ਹੈ। ਉਹਦੇ ਵਿੱਚ 70% ਜਿਹੜਾ ਹੈਗਾ ਦੈਟ ਇਜ਼ ਦ ਥਰਡ ਪਾਰਟੀ ਇੰਟਰਵੈਂਸ਼ਨ ਉਹ ਅਸੈਸਮੈਂਟ ਕਰਦੇ ਨੇ। ਦੈਟ ਇਜ਼ ਕੁਆਂਟੀਟੇਟਿਵ। ਕੁਆਲੀਟੇਟਿਵ ਜਿਹੜੀ 30% ਹੁੰਦੀ ਹੈ, ਉਹਦੀ ਟੀਮ ਵਿਜ਼ਿਟ ਕਰਕੇ ਫਿਰ ਉਹਨੂੰ ਵੈਰੀਫਾਈ ਕਰਦੀ ਹੈ, 30% ਉਹ ਹੁੰਦੀ ਹੈ। ਆਟੋਨਮਸ ਬਾਡੀ ਕਾਉਂਟਿਟੀ ਇਹਦੇ ਵਿੱਚ ਕੋਈ ਇੰਟਰਫੀਅਰ ਨਹੀਂ ਕਰ ਸਕਦਾ। ਇਹਨਾਂ ਦੀ ਅਸੈਸਮੈਂਟ ਜਿਹੜੀ ਹੈਗੀ ਦੈਟ ਇਜ਼ ਫॉर ਆਲ ਯੂਨੀਵਰਸਿਟੀ ਆਲ ਕਾਲਜਸ ਇਨ ਦ ਕੰਟਰੀ। ਇਹ ਮੈਂਡੇਟਰੀ ਹੈ, ਗਵਰਨਮੈਂਟ ਆਫ ਇੰਡੀਆ ਕਰਨੀ ਮਜਬੂਰੀ ਹੁੰਦੀ ਹੈ। ਸਾਰੀ ਫੰਡਸ ਦੇ ਨਾਲ ਟੈਗਡ ਹੁੰਦੇ ਆ। ਜੇ ਨੈਕ ਐਕ੍ਰੈਡੀਟੇਸ਼ਨ ਨਹੀਂ ਹੋਏਗੀ ਫੈਡਰਲ ਫੰਡਿੰਗ ਤੁਸੀਂ ਨਹੀਂ ਲੈ ਸਕਦੇ। ਸੋ ਇਸ ਕਰਕੇ ਸਾਡਾ ਇਹ 4th ਸਾਈਕਲ ਸੀਗਾ। ਅਸੀਂ 3 ਸਾਈਕਲ ਪਹਿਲਾਂ ਕਰਾ ਚੁੱਕੇ ਸੀ। ਪਿਛਲੇ ਸਾਈਕਲ ਸਾਡਾ ਸਕੋਰ 3.51 ਸੀਗਾ। ਉਦੋਂ ਵੀ ਅਸੀਂ A++ ਸੀਗੇ, ਪਰ ਅਸੀਂ ਐਤਕੀ ਸਾਡਾ ਸਕੋਰ ਹੈ 3.85 ਜਿਹੜਾ ਐਸ ਪ੍ਰੈਜ਼ੈਂਟ ਸੈਂਟਰਲ ਯੂਨੀਵਰਸਿਟੀਆਂ, ਸਟੇਟ ਯੂਨੀਵਰਸਿਟੀਆਂ, ਪ੍ਰਾਈਵੇਟ ਯੂਨੀਵਰਸਿਟੀ ਸਾਰਿਆਂ ਨਾਲੋਂ ਜ਼ਿਆਦਾ ਹੈ। ਸਿਰਫ ਇੱਕ ਇੰਸਟੀਟਿਊਸ਼ਨ ਹੈ ਡੀਮ ਟੂ ਯੂਨੀਵਰਸਿਟੀ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸ, ਉਹਦਾ 3.89 ਹੈ। ਟੈਕਨੀਕਲੀ ਅਸੀਂ ਹਿੰਦੁਸਤਾਨ ਦੇ ਨੰਬਰ 2 ਅਮੰਗ ਆਲ ਇੰਸਟੀਟਿਊਸ਼ਨਸ ਹੈਗੇ। ਸਰ ਇੱਕ ਹੁਣੇ ਥੋੜ੍ਹੀ ਦੇਰ ਪਹਿਲੇ ਹੀ ਮੌਲਾਨਾ ਅਬਦੁਲ ਕਲਾਮ ਆਜ਼ਾਦ ਜਿਹੜੀ ਆ ਟਰੋਫੀ ਫੇਅਰ ਜਿਹੜੀ ਹੈ ਰਿਪੀਟਡਲੀ ਆਪਾਂ ਲੈ ਕੇ ਆਏ ਹਾਂ। ਇੱਕ ਬਹੁਤ ਵੱਡਾ ਫੰਕਸ਼ਨ ਉਹਦੇ ਵਾਸਤੇ ਕੀਤਾ ਗਿਆ। ਹੁਣ ਇੱਕ ਇਹ ਬਹੁਤ ਵੱਡਾ ਮੁਕਾਮ ਜਿਹੜਾ ਇਟਸ ਅ ਫਸਟ ਟਾਈਮ ਐਵਰ ਫॉर ਅੰਮ੍ਰਿਤਸਰ ਕਿ GNDU ਨੇ ਇਹ ਮੁਕਾਮ ਹਾਸਲ ਕੀਤਾ ਹੈ। ਸਰ ਕਿਸ ਤਰ੍ਹਾਂ ਜਿਹੜਾ ਕੀ ਕ੍ਰਾਈਟੇਰੀਆ ਕੀ ਰਹੇ ਤੇ ਕੀ ਤੁਸੀਂ ਕੀਤਾ ਥੋੜਾ ਕ੍ਰਾਈਟੇਰੀਆ ਦੇ 7 ਕ੍ਰਾਈਟੇਰੀਆ ਹੁੰਦੇ ਨੇ। ਡਿਫਰੈਂਟ ਕ੍ਰਾਈਟੇਰੀਆ 'ਚ ਅਸੈਸਮੈਂਟ ਹੁੰਦੀ ਹੈ, ਜਿਹਦੇ ਵਿੱਚ ਟੀਚਿੰਗ ਲਰਨਿੰਗ ਵੀ, ਇਨਫਰਾਸਟਰਕਚਰ ਵੀ ਹੈਗਾ, ਰਿਸਰਚ ਵੀ ਹੈਗੀ, ਗਵਰਨੈਂਸ ਵੀ ਹੈਗੀ ਆ, ਫਾਈਨੈਂਸ਼ੀਅਲ ਮੈਟਰਸ ਵੀ ਹੈਗੇ ਆ। ਇਹ ਹਰ ਦੇ ਉੱਤੇ ਐਨਾਲਿਸਿਸ ਹੁੰਦਾ। ਐਨਾਲਿਸਿਸ ਕਰਕੇ ਨੰਬਰ ਲੱਗਦੇ ਹਰ ਚੀਜ਼ ਦੇ। ਨੰਬਰ ਲੱਗ ਕੇ ਫਿਰ ਉਹ ਕਾਫੀ ਜ਼ਿਆਦਾ ਨੰਬਰ ਹੁੰਦੇ, ਫਿਰ ਉਹ ਗ੍ਰੇਡ ਪੁਆਇੰਟ ਐਵਰੇਜ ਵਿੱਚ ਕਨਵਰਟ ਕੀਤਾ ਜਾਂਦਾ। 4 ਮੈਕਸਿਮਮ ਹੁੰਦੇ ਆ। ਸਾਡਾ 3.85 ਆਇਆ ਉਸ ਵਿੱਚ ਇਜ਼ ਦੀ ਪ੍ਰੋਬਬਲੀ ਦ ਹਾਈਐਸਟ। ਕਦੀ ਲਾਗੇ ਨਾਰਥ ਇੰਡੀਆ ਕਦੀ ਆਇਆ ਵੀ ਨਹੀਂ, ਆਉਣਾ ਵੀ ਸ਼ਾਇਦ ਬੜਾ ਮੁਸ਼ਕਿਲ ਹੈਗਾ ਨੀਅਰ ਫਿਊਚਰ ਦੇ ਵਿੱਚ। ਉਹ ਸਰ ਜਿਹੜੀ ਦੂਸਰੀ ਯੂਨੀਵਰਸਿਟੀ ਹੈ ਉਹ ਕਿਹੜੇ ਏਰੀਆ ਤੋਂ ਬਿਲੋਂਗ ਕਰਦੀ ਹੈ? ਮੁੰਬਈ ਦੀ ਹੈ ਜੀ। ਮੁੰਬਈ ਦੀ। ਉਹ ਵੈਸਟ ਸਾਈਡ ਤੇ ਹੋ ਗਈ। ਨਾਰਥ ਤੋਂ ਮੇਰੇ ਖਿਆਲ ਨਾਰਥ ਕੋਈ ਨਹੀਂ ਹੈ ਜੀ। 3.85 ਮੇਰੇ ਖਿਆਲ ਕਿਸੇ ਦਿੱਲੀ ਇੰਨੀ ਵੱਡੀ ਦਿੱਲੀ ਯੂਨੀਵਰਸਿਟੀ ਨੂੰ ਕਿਹਾ ਜਾਂਦਾ ਹੈ ਇੰਨਾ ਬਹੁਤ ਜ਼ਿਆਦਾ। ਕਿਸੇ ਤਾਂ ਵੀ ਨਹੀਂ ਹੈ। ਮੈਂ ਸਰ ਮੈਨੂੰ ਲੱਗਦਾ ਕਿ ਇਹਦੇ ਨਾਲ ਸਰ ਜਿਹੜਾ ਹੈਗਾ ਇੰਪਰੂਵਮੈਂਟ ਕਿਹਦੇ ਚ ਆਏਗੀ? ਦੇਖੋ ਐਕੈਡੈਮਿਕਸ ਤੇ ਚਲੋ ਆ ਹੀ ਗਈ ਹੈ, ਜਿਹੜੀ ਤੁਸੀਂ ਪਹਿਲੇ ਸੁਧਾਰ ਕਰ ਹੀ ਦਿੱਤਾ। ਹੋਰ ਤੁਸੀਂ ਕੀ ਦੇਖਦੇ ਹੋ ਆਉਣ ਵਾਲੇ ਦਿਨਾਂ 'ਚ ਇਹਦੇ ਨਾਲ ਫਰਕ ਪਏਗਾ? ਦੇਖੋ ਜੀ ਬਹੁਤ ਫਰਕ ਪੈਂਦਾ ਹੈ। ਵਿਜ਼ੀਬਿਲਿਟੀ ਆਫ ਦ ਯੂਨੀਵਰਸਿਟੀ ਜਿਹੜੀ ਨੈਕ 'ਤੇ ਡਿਪੈਂਡ ਕਰਦੀ ਹੈ। ਜੇ ਨੈਕ ਜਦੋਂ ਅੱਜ ਕੱਲ੍ਹ ਬੱਚੇ ਬੜੇ ਬਹੁਤ ਇੰਟੈਲੀਜੈਂਟ ਨੇ ਜੀ, ਉਹ ਇਨਫੋਰਮਡ ਡਿਸੀਜਨ ਲੈਂਦੇ ਨੇ ਹਰ ਚੀਜ਼ ਬਾਰੇ। ਮੇਰੀ ਆਪਣੀ ਬੇਟੀ ਜਾਣਾ ਸੀ ਜੋ ਬਿਟਸ ਵਿੱਚ, ਉਹਨੇ ਬਿਟਸ ਦੀ ਕੀ ਰੈਂਕਿੰਗ ਹੈ, ਕਿੱਥੇ ਸਟੈਂਡ ਕਰਦੀ ਹੈ, 10 ਵਾਰੀ ਬੱਚਾ ਵੇਖਦਾ ਹੈ। ਜੇ ਹੁਣ ਅਸੀਂ ਇਸ ਟਾਈਮ 'ਤੇ A++ 3.85 ਔਰ 4 ਪੁਆਇੰਟ ਸਕੇਲ ਹੈਗੇ ਆ, ਸਾਡੇ ਕੋਲ ਓਬਵੀਅਸਲੀ ਬੈਸਟ ਬੱਚੇ ਆਉਣਗੇ। ਜੇ ਪੰਜਾਬ ਦੇ ਬੈਸਟ ਨਹੀਂ ਆਉਣਗੇ ਆਲ ਓਵਰ ਇੰਡੀਆ ਆਉਣਗੇ। ਤਾਂ ਹੁਣ ਵੀ ਸਾਡੇ ਕੋਲ ਆਲਮੋਸਟ 25-30% ਜੋ ਬੱਚੇ ਨੇ ਦੇ ਆਰ ਨਾਟ ਫਰਮ ਦ ਸਟੇਟ ਆਲ ਓਵਰ ਇੰਡੀਆ। ਕਿਤੇ 2-2 4-4 ਬੰਬੇ ਤੋਂ, ਕੋਈ ਦਿੱਲੀ ਤੋਂ, ਕੋਈ ਜੰਮੂ ਕਸ਼ਮੀਰ ਤੋਂ, ਕੋਈ ਹਿਮਾਚਲ ਤੋਂ, ਹਰਿਆਣੇ ਤੋਂ ਆਉਂਦੇ ਨੇ। ਪਰ ਇਹਦੇ ਨਾਲ ਵਿਜ਼ੀਬਿਲਿਟੀ ਹੋਰ ਵਧੇਗੀ। ਵਿਜ਼ੀਬਿਲਿਟੀ ਜੋ ਵਧੇਗੀ ਤਾਂ ਹੋਰ ਬੈਟਰ ਸਟਾਫ ਸਾਡੇ ਕੋਲ ਆਏਗਾ। ਸੋ ਇਹ ਇੰਪਰੂਵਮੈਂਟ ਆਫ ਦਾ ਟਾਈਮ ਹੁੰਦੀ ਹੈ। ਇੱਦਾਂ ਹੀ ਜਿਹੜਾ ਜਿੱਦਾਂ ਦੀ ਰਿਸਰਚ ਦੀ ਗੱਲ ਕਰ ਰਹੇ ਹੋ ਤੁਸੀਂ, ਕਿਤੇ ਇੱਕ ਪੈਰਾਮੀਟਰ ਰਿਸਰਚ ਹੁੰਦਾ ਹੈ ਅਤੇ ਰਿਸਰਚ ਸਕਾਲਰ ਸਾਨੂੰ ਬੈਸਟ ਜਿਹੜਾ JRF ਕਰਦਾ ਹੈਗਾ, ਵੀ ਵਾਂਟ ਦੈਮ ਟੂ ਕਮ, ਕਿਉਂਕਿ ਫੰਡਿੰਗ ਗਵਰਨਮੈਂਟ ਇੰਡੀਆ ਦਿੰਦੀ ਹੈ ਅਤੇ ਸਾਨੂੰ ਉਹਦੇ ਵਾਸਤੇ ਪ੍ਰੋਬਲਮ ਨਹੀਂ ਆਉਂਦੀ। ਫੰਡਿੰਗ ਉੱਥੋਂ ਲਈ ਆਉਂਦੇ ਨੇ, ਕੰਮ ਸਾਡਾ ਕਰੀ ਜਾਂਦੇ ਨੇ। ਹੁਣ ਸਾਡਾ ਜਦੋਂ ਮੈਂ ਜੁਆਇਨ ਕੀਤਾ ਸੀ ਅੱਜ ਤੋਂ 5 ਸਾਲ ਪਹਿਲਾਂ, ਅਤੇ H ਇੰਡੈਕਸ ਹੁੰਦਾ ਇੰਸਟੀਟਿਊਸ਼ਨ ਦਾ, ਉਹ 64 ਸੀਗਾ, 64 ਅੱਜ 129 ਹੈ। ਅਤੇ ਜੇ 1 ਸਾਲ ਵੀ ਡਬਲ ਤੋਂ ਵੱਧ ਗਿਆ, ਟੈਕਨੀਕਲੀ ਵੱਧ ਗਿਆ ਸੀ। ਇਹਦੇ ਨਾਲ ਹੀ ਸਾਡੀ ਅਸੈਸਮੈਂਟ ਹੋਈ। ਪਿਛਲਾ ਕਿੰਨੇ ਸਾਲਾਂ 'ਚ ਵਧਿਆ ਸੀ?
50 ਸਾਲਾਂ 50 ਸਾਲਾਂ ਵਿੱਚ ਦਿਸ ਇਜ਼ ਅ 53rd ਈਅਰ ਆਫ ਐਗਜ਼ਿਸਟੈਂਸ ਗੋਇੰਗ ਔਨ, ਸੋ ਤੇ 48 ਈਅਰ ਸਮਝ ਲਓ ਵੀ ਉਹਨਾਂ ਹੋਇਆ ਹੁਣੇ। ਇਹਦਾ ਕੋਈ ਇਹ ਨਹੀਂ ਹੈ ਕੰਮ ਕੌਣ ਕਰਦਾ, ਕੰਮ ਇਹੀ ਫੈਕਲਟੀ ਕਰਦੀ ਹੈ, ਇਹੀ ਰਿਸਰਚਰਸ ਕਰਦੇ ਨੇ, ਇਹੀ ਸਾਡੇ ਬਾਕੀ ਸਟੂਡੈਂਟਸ ਕਰਦੇ ਨੇ। ਬੇਸਿਕਲੀ ਮੋਟੀਵੇਟ ਕਰਨ ਦੀ ਗੱਲ ਹੁੰਦੀ, ਹੋਰ ਕੁਝ ਨਹੀਂ ਹੁੰਦਾ। ਕੰਮ ਕਰਨ ਵਾਲੇ ਤਾਂ ਉਹ ਨੇ, ਅਸੀਂ ਤਾਂ ਕੰਮ ਕਰਾਂਗੇ, ਸਿਰਫ ਡਾਇਰੈਕਸ਼ਨ ਦੇਣ ਵਾਲੇ ਬੰਦੇ। ਸਰ ਕੀ ਸੀਕ੍ਰੇਟ ਕੀ ਹੈ ਮਤਲਬ ਇੰਨਾ ਛੋਟੇ ਜਿਹੇ ਟੈਨਿਓਰ ਦੇ ਵਿੱਚ? ਮੈਨੂੰ ਪਤਾ ਕੈਪਟਨ ਅਮਰਿੰਦਰ ਸਿੰਘ ਦੇ ਟੈਨਿਓਰ ਦੇ ਵਿੱਚ ਯੂ ਹੈਵ ਕਮ ਹੇਅਰ ਹੈ ਨਾ, ਜੁਆਇਨ ਹੇਅਰ, ਔਰ UGC ਤੋਂ ਤੁਸੀਂ ਆਏ ਸੀ ਦਿੱਲੀ ਤੋਂ ਹੈ ਨਾ, ਤੁਹਾਨੂੰ ਉਹ ਲੈ ਕੇ ਆਏ ਸੀ, ਤੇ ਮੇਰੇ ਖਿਆਲ ਤੁਸੀਂ ਉਹਨਾਂ ਨੂੰ ਕੁਝ ਚੀਜ਼ਾਂ ਵੀ ਕਹੀਆਂ ਸੀਗੀਆਂ ਉਸ ਵੇਲੇ, ਉਹ ਕੀ ਸੀਗੀਆਂ ਤੇ ਉਸ ਤੋਂ ਬਾਅਦ ਕੀ ਜਿਹੜਾ ਸੀਕ੍ਰੇਟਸ ਰਹੇ ਜਿਹੜਾ ਕਿ ਇੱਥੇ ਆਪਾਂ ਮੁਕਾਮ ਤੇ ਪਹੁੰਚੇ? ਸੀਕ੍ਰੇਟ ਕੁਛ ਨਹੀਂ ਜੀ, ਮੁਹੱਬਤ ਕਰਨੀ ਚਾਹੀਦੀ, ਆਰਗੇਨਾਈਜੇਸ਼ਨ ਸਟ੍ਰੇਟ ਫਾਰਵਰਡ ਰਹਿਣਾ ਚਾਹੀਦਾ। ਮੈਂ ਜਿੰਨੀਆਂ ਵੀ ਅੱਜ ਤੱਕ ਰਿਕਰੂਟਮੈਂਟਸ ਕੀਤੀਆਂ ਨੇ ਵਿਦਆਊਟ ਫੇਲ ਅਸੀਂ ਪਿਓਰਲੀ ਔਰ ਮੈਰਿਟ ਕੀਤੀਆਂ ਨੇ, ਭਾਵੇਂ ਕਿਹੜੀ ਮਰਜ਼ੀ ਸਰਕਾਰ ਆਈ ਹੋਵੇ। 3 ਸਰਕਾਰਾਂ ਨਾਲ ਮੈਂ ਡੀਲ ਕਰਦਾ ਹੈ। 3 ਪਹਿਲੇ ਕੈਪਟਨ ਸਾਹਿਬ ਦੀ ਸਰਕਾਰ ਨਾਲ ਵੀ ਕੀਤੀ ਹੈ, ਤੇ ਫਿਰ ਚੰਨੀ ਸਾਹਿਬ ਦੀ ਆਈ, ਫਿਰ ਆਹ ਤੀਜੀ ਸਰਕਾਰ ਆਈ। ਮੈਰਿਟ 'ਤੇ ਕੰਮ ਹੁੰਦਾ, ਮੈਰਿਟ ਤੋਂ ਬਗੈਰ ਨਹੀਂ ਹੁੰਦਾ। ਮੇਰਾ ਕੋਈ ਕਿਸੇ ਨਾਲ ਨਾ ਦੁਸ਼ਮਣੀ ਨਾ ਦੋਸਤੀ ਹੈ, ਸਿੰਪਲ ਕੰਮ ਕਰੀਦਾ ਜੀ, ਸਟ੍ਰੇਟ ਫਾਰਵਰਡ। ਹਰ ਚੀਜ਼ ਰਿਕਾਰਡ ਕਰੀਦੀ ਹੈ, ਜਿਹੜਾ ਮਰਜ਼ੀ ਆ ਕੇ ਵੇਖ ਸਕਦਾ। ਸੋ ਜੇ ਤੁਸੀਂ ਇੱਦਾਂ ਦੇ ਮੇਰੇ ਆਪਣੇ ਵਾਸਤੇ ਸੇਮ ਪੈਰਾਮੀਟਰ ਹੈ। ਜੇ ਮੈਂ ਕਿਸੇ ਕੋਈ ਮੇਰੀ ਬੇਟੀ ਨੇ ਕੋਈ ਕੰਮ ਕਰਨਾ ਤਾਂ ਉਹ ਵੀ ਪੇ ਕਰੇਗੀ। ਇਹ ਨਹੀਂ ਹੈ ਕਿ ਬਾਕੀਆਂ ਦੇ ਬੱਚੇ ਪੇ ਕਰਨ ਤੇ ਮੇਰੀ ਬੇਟੀ ਨਾ ਪੇ ਕਰੇ। ਸੋ ਇੱਕ ਸਿੰਗਲ ਪੈਰਾਮੀਟਰ ਰੱਖੇ ਤਾਂ ਲੋਕੀ ਆਪ ਹੀ ਖੁਸ਼ ਹੋ ਜਾਂਦੇ। ਲੋਕਾਂ ਨੂੰ ਜੇ ਪਤਾ ਲੱਗਦਾ ਕਿ ਇਹ ਆਪ ਵੀ ਉਸੇ ਪੈਰਾਮੀਟਰ 'ਤੇ ਬੈਠਣ ਡਿਆ, ਲੋਕੀ ਠੀਕ ਰਹਿੰਦੇ ਨੇ, ਕੋਈ ਇਸ਼ੂ ਨਹੀਂ। ਟੀਚਿੰਗ ਯੂਨੀਅਨਸ ਤੇ ਨਾਨ ਟੀਚਿੰਗ ਯੂਨੀਅਨਸ, ਇਹਨਾਂ ਨੂੰ ਜਿਹੜਾ ਇੰਨੇ ਵੱਡੇ ਇੰਸਟੀਟਿਊਸ਼ਨ ਖਾਸ ਕਰਕੇ ਗਵਰਨਮੈਂਟ ਦੇ ਵਿੱਚ ਟੈਕਲ ਕਰਨਾ ਜਾਂ ਹੈਂਡਲ ਕਰਨਾ, ਇਟ ਇਜ਼ ਵੈਰੀ ਡਿਫਿਕਲਟ ਟਾਸਕ। ਤੇ ਉਹ ਫਿਰ ਸਰ ਕਿੱਦਾਂ ਮਤਲਬ ਰਿਹਾ? ਦੇਖੋ ਜੀ, ਇਹ ਕਨੈਕਟੀਵਿਟੀ ਦੀ ਗੱਲ ਹੈ। ਸਪਸ਼ਟ ਗੱਲ ਹੈਗੀ ਹੈ ਕਿ ਮੈਂ ਹਰ ਟੀਚਰ ਨੂੰ, ਜਿਹੜਾ ਹੁਣ ਵੀ ਤੁਸੀਂ ਬੈਠੇ ਵੇਖਿਆ ਕਿ ਇਹ ਟੀਚਰ ਆਉਂਦਾ, ਮੈਂ ਕਦੀ ਬਾਹਰ ਵੇਟ ਨਹੀਂ ਕਰਾਈ। ਸੋ ਮੇਰਾ 1 to 1 ਕਨੈਕਟ ਹੈ। ਮੈਂ ਕਦੀ ਵੀ ਨਹੀਂ ਇੱਕ ਇੱਦਾਂ ਰੱਖਿਆ ਕਿ ਮੈਂ ਵਾਈਸ ਚਾਂਸਲਰ ਐਕਚੁਅਲੀ ਪੋਜੀਸ਼ਨਾਂ ਨਹੀਂ ਰਹੀਆਂ ਜਿਹੜੀਆਂ ਤੁਸੀਂ ਪਹਿਲਾਂ ਵਾਈਸ ਚਾਂਸਲਰ ਹੁੰਦੇ ਸੀਗੇ, ਉਹਨਾਂ ਨੂੰ ਮਿਲਦਾ ਨਹੀਂ ਸੀਗਾ, ਉਹਨਾਂ ਦੀ ਬੜੀ ਟੌਰ ਹੁੰਦੀ ਸੀ। ਅੱਜ ਕੱਲ੍ਹ ਜਿਹੜਾ ਵਾਈਸ ਚਾਂਸਲਰ ਉਹ ਚੀਫ ਐਗਜ਼ੈਕਟਿਵ ਆਫਿਸਰ ਹੁੰਦਾ ਹੈ, ਉਹਨੇ ਮੈਨੇਜ ਕਰਨਾ ਹੁੰਦਾ। ਹੀ ਹੈਜ਼ ਟੂ ਬਿਹੇਵ ਲਾਈਕ ਐਜ਼ ਅ CEO ਆਫ ਅ ਕਾਰਪੋਰੇਟ ਵਰਲਡ। ਉਹ ਇਹ ਨਹੀਂ ਹੋ ਸਕਦਾ ਜਿੱਦਾਂ ਮਰਜ਼ੀ ਅਕੜ ਕੇ ਬੈਠਾ ਰਹੇ। ਸੋ ਜਿੱਦਾਂ ਯੂਨੀਅਨ ਸਾਡੀ ਹੈਗੀ ਟੈਕਨੀਕਲ ਰਿਡੰਡੈਂਟ ਹੋ ਗਈ ਹੈ। ਸਾਰੀਆਂ ਯੂਨੀਅਨਸ ਜਿਹੜੀਆਂ ਹੈਗੀਆਂ ਨੇ, ਉਹਨਾਂ ਜੇ ਸਭ ਕੰਮ ਹੀ ਉਹਨਾਂ ਠੀਕ ਹੋ ਜਾਣੇ, ਮੈਰਿਟ 'ਤੇ ਹੋਣੇ ਨੇ, ਵਿਦਆਊਟ ਫੇਲ ਵਿਦਆਊਟ ਮੈਰਿਟ 'ਤੇ ਹੋਣੇ ਨੇ, ਐਂਡ ਕੋਈ ਪਾਰਸ਼ੈਲਿਟੀ ਨਹੀਂ ਹੋਣੀ, ਤਾਂ ਕਿਉਂ ਯੂਨੀਅਨ ਐਕਟ ਕਰੇਗੀ? ਯੂਨੀਅਨ ਨਹੀਂ ਕਰੇਗੀ ਤਾਂ ਹੀ ਸਪੋਰਟ ਨਹੀਂ ਮਿਲਦੀ, ਤਾਂ ਹੀ ਸਟ੍ਰਾਈਕਾਂ ਨਹੀਂ ਹੁੰਦੀਆਂ। ਬੜੀ ਸਿੰਪਲ ਗੱਲ ਹੈਗੀ ਹੈ। ਦੈਟਸ ਵਾਈ ਵੀ ਆਰ ਹੁਣ ਸਾਡੀ ਯੂਨੀਵਰਸਿਟੀ ਔਨ ਦੀ ਹੋਲ ਵੀ ਹੈਵ ਬੀਨ ਫॉर ਲਾਸਟ 5 ਵੀਕਸ ਐਕਸੈਪਟ ਫॉर 1 ਕੇਸ ਜਿੱਥੇ ਇਹਨਾਂ ਇਲੈਕਸ਼ਨ ਡਿਊਟੀਆਂ ਦਾ ਕੋਈ ਪ੍ਰੋਬਲਮ ਪਈ ਸੀ। ਬਾਕੀ ਸਾਡਾ ਕੋਈ ਇਸ਼ੂ ਹੀ ਨਹੀਂ ਹੈ। ਹੁਣ ਸਟੂਡੈਂਟਸ ਦੀ ਇਸ਼ੂ ਆਉਂਦਾ ਹੁੰਦਾ ਹਮੇਸ਼ਾ ਹੀ, ਤੁਸੀਂ ਕਹਿੰਦੇ ਜਿੱਦਾਂ ਪੰਜਾਬ ਯੂਨੀਵਰਸਿਟੀ ਪੰਜਾਬੀ 'ਚ ਵੀ ਆਉਂਦਾ। ਮੇਰਾ ਆਫਟਰਨੂਨ ਜਿਹੜਾ ਹੈ ਨਾ, ਈਵਨਿੰਗ ਜਿਹੜੀ ਆਫਟਰਨੂਨ ਦਾ ਸੈਸ਼ਨ ਹੈ, ਆਫਟਰਨੂਨ ਸੈਸ਼ਨ ਇਜ਼ ਮੈਂਟ ਫॉर ਸਟੂਡੈਂਟਸ। ਮੈਂ ਆਲਮੋਸਟ 100 ਸਟੂਡੈਂਟਸ ਨੂੰ ਮਿਲਦਾ 2 ਬੈਚਸ ਦੇ ਵਿੱਚ, ਕਦੀ ਇੱਕ ਕਦੀ 2 ਬੈਚਸ ਵਿੱਚ। ਉਹਨਾਂ ਬੈਠੀ ਦਾ ਇਨੀਸ਼ੀਅਲੀ ਕੋਈ ਸਟੂਡੈਂਟ ਨਹੀਂ ਖੁੱਲ੍ਹਦਾ। ਫਸਟ ਈਅਰ ਬੈਚਸ ਹੁੰਦੇ, ਨਾਟ ਦੀ ਸੈਕੰਡ ਈਅਰ ਆਲਰੇਡੀ ਮੈਨੂੰ ਜਾਣਦੇ ਆ। ਅਤੇ ਫਸਟ ਈਅਰ ਬੈਠੀ ਦਾ ਉਹਨਾਂ ਗੱਲਾਂ ਕਰੀਦੀਆਂ, ਉਹਨਾਂ ਨੂੰ ਜਿਸ ਕੋਈ ਪੱਟੀ ਆਇਆ ਪੱਟੀ ਦੀ ਗੱਲ ਕਰ ਲਈ, ਕੋਈ ਬਰਨਾਲੇ ਦੀ ਗੱਲ ਕਰ ਲਈ, ਕੋਈ ਹਮੀਰਪੁਰ ਆਇਆ ਹਮੀਰਪੁਰ ਦੀ ਗੱਲ ਕਰ ਲਈ। 10-15 ਮਿੰਟ ਉਹ ਸਟੂਡੈਂਟ ਖੁੱਲ੍ਹ ਜਾਂਦਾ। ਜੇ ਖੁੱਲ੍ਹ ਜਾਂਦਾ ਫਿਰ ਉਹ ਤੁਹਾਨੂੰ ਆਪਣੀਆਂ ਯੂਨੀਵਰਸਿਟੀ ਡੈਫੀਸ਼ੀਐਂਸੀ ਦੱਸਣੀ ਸ਼ੁਰੂ ਕਰਦਾ ਕਿ ਇਹ ਯੂਨੀਵਰਸਿਟੀ ਆਹ ਕਮੀ ਹੈ, ਮੈਂ ਆਹ ਬੈਸਟ ਚਾਹੁੰਦਾ। ਮੇਰਾ ਓਪਨ ਹੈ, ਸਿੱਧਾ ਪੁੱਛੀਦਾ ਕਿ ਤੁਸੀਂ ਕੀ ਇਹ ਚਾਹੁੰਦੇ ਆ ਜੇ ਯੂਨੀਵਰਸਿਟੀ ਤੁਹਾਡੇ ਵਾਸਤੇ ਬੈਟਰ ਕਰ ਸਕੇ। ਸੋ ਉਹ ਦੱਸਦਾ ਮੈਨੂੰ। ਫਿਰ ਮੇਰਾ ਐਡਰੈਸਲ ਸਿਸਟਮ ਇਹ ਹੈਗਾ ਕਿ ਅਸੀਂ ਉਹਦਾ ਇਮੀਡੀਏਟ ਐਡਰੈਸਲ ਕਰੀਦੀ। ਇਹ ਨਹੀਂ ਕਿ ਮੈਂ ਸੁਣ ਲਿਆ ਅਤੇ ਮੈਂ ਇਟ ਇਜ਼ ਅ ਮੀਅਰ ਫਾਰਮੈਲਿਟੀ। ਸੋ ਆਈ ਕਾਲ ਦੀ ਕੰਸਰਨ ਜੋ ਵੀ ਆਫਿਸਰਸ ਹੈਗੇ ਵੀ ਤੁਸੀਂ ਆਹ ਮੈਨੂੰ ਸਟੂਡੈਂਟ ਨੇ ਕਿਹਾ ਅੱਜ ਹੋਸਟਲ 'ਚ ਆਹ ਕਮੀ ਰਹਿ ਗਈ ਆ, ਇਹਨੂੰ ਅੱਜ ਸ਼ਾਮ ਤਾਈਂ ਰਿਪੋਰਟ ਬੈਕ ਕਰੋ ਕਰਕੇ। ਐਂਡ ਉਹ ਮਤਲਬ ਰਿਪੋਰਟ ਬੈਕ ਹੁੰਦਾ। ਦੈਟ ਇਜ਼ ਵਾਟ ਸਟੂਡੈਂਟਸ ਐਪਰੀਸ਼ੀਏਟ। ਦੂਜਾ, ਆਈ ਡੋਂਟ ਯੂਜ਼ ਦੀ ਕਾਰ ਇਨ ਦੀ ਕੈਂਪਸ। ਇਹ ਮੇਰਾ ਬੇਸਿਕ ਰੂਲ ਹੈ ਕਿ ਜੇ ਤੁਸੀਂ ਕਾਰ ਚੜ੍ਹ ਕੇ ਆਉਣਾ, ਜੇ ਅੱਧਾ ਕਿਲੋਮੀਟਰ ਨਹੀਂ ਤੁਰ ਸਕਦੇ, ਤੁਹਾਡੇ ਰੱਬ ਨੇ ਗੋਡੇ ਕਾਹਨੂੰ ਦਿੱਤੇ ਅਤੇ ਲੱਤਾਂ ਕਿਉਂ ਦਿੱਤੀਆਂ? ਫਿਰ ਤੁਰੇ ਫਰੀਦਾ। ਉਹਦੇ ਨਾਲ ਬੱਚੇ ਸਾਨੂੰ ਰਾਹ 'ਚ ਮਿਲ ਜਾਂਦੇ। ਉਹ ਰਾਹ 'ਚ ਮਿਲਦੇ 4-5 ਪ੍ਰੋਬਲਮਸ ਦੱਸ ਜਾਂਦੇ, ਸੋ ਇਮੀਡੀਏਟ ਐਡਰੈਸਲ ਹੋ ਜਾਂਦੀ ਹੈ। ਤੀਜਾ, ਇੱਕ ਸਾਡਾ ਬਲਾਈਂਡ ਮੈਥਡ ਹੈਗਾ studentgnu@gmail.com ਇੱਕ ਹੈਗੀ ਹੈ। ਉੱਥੇ ਕੋਈ ਵੀ ਬੱਚਾ ਮੈਸੇਜ ਭੇਜ ਸਕਦਾ, ਆਪਣੀ ਈਮੇਲ ਕਰ ਸਕਦਾ। ਉਹਦੇ 'ਚ ਮੈਂ ਈਮੇਲ ਕੱਢ ਕੇ, ਹੁਣ ਡਰ ਬੱਚਿਆਂ ਨੂੰ ਇਹ ਹੁੰਦਾ ਕਿ ਮੇਰੇ ਟੀਚਰ ਮੇਰੇ ਅਗੇਂਸਟ ਨਾ ਹੋ ਜਾਏ। ਇਹ ਬੜਾ ਕਾਮਨ ਫਿਨੋਮੀਨਨ ਹੈ। ਮੈਂ ਮਿਡਲ ਕਾਲਜ, ਸਾਨੂੰ ਵੀ ਡਰ ਹੁੰਦਾ ਸੀ। ਸੋ ਮੈਂ ਉਹਦਾ ਕਦੀ ਵੀ ਮੇਲ ਨਹੀਂ ਫਾਰਵਰਡ ਕਰਦਾ ਅੱਗੇ। ਮੈਂ ਉਹਦਾ ਆਪਰੇਸ਼ਨਲ ਪੋਰਸ਼ਨ ਹੱਥ ਨਾਲ ਲਿਖ ਕੇ ਭੇਜਦਾ। ਉਹਦੇ ਬੱਚੇ ਦਾ ਨਾਂ ਨਹੀਂ ਆਉਂਦਾ। ਸੋ ਸਪੋਜ਼ਿੰਗ ਕਿਸੇ ਦੇ ਕਮਰੇ ਦੇ ਵਿੱਚ ਆਹ ਖਰਾਬੀ ਹੈ ਜਾਂ ਕਿਸੇ ਟੀਚਿੰਗ ਦੇ ਵਿੱਚ ਆਹ ਪ੍ਰੋਬਲਮ ਹੈਗੀ, ਮਾੜਾ ਜਿਹਾ ਸੁਜੈਸਟ ਕਰੀਦਾ। ਹਰ ਬੰਦਾ ਚੰਗਾ ਹੁੰਦਾ, ਹਰ ਬੰਦਾ ਇੰਪਰੂਵ ਕਰਨਾ ਚਾਹੁੰਦਾ ਹੈਗਾ, ਆਪਣਾ ਠੀਕ ਹੋ ਜਾਂਦਾ। ਇਹ ਕਨੈਕਟ ਹੈ, ਕਨੈਕਟ ਦੇ ਨਾਲ ਸਭ ਕੁਝ ਠੀਕ ਹੁੰਦਾ। ਸਰ ਐਜ਼ ਅ ਆਰਥੋਪੈਡਿਸ਼ਨ ਤੁਸੀਂ ਆਰਥੋਪੈਡਿਕਸ ਕੀਤੀ, ਐਜ਼ ਅ ਡਾਕਟਰ ਤੁਸੀਂ ਚਾਹੁੰਦੇ ਹੋ, ਆਰਥੋਪੈਡਿਕਸ ਦਾ ਅੱਜ ਕੱਲ੍ਹ ਬਹੁਤ ਡਿਮਾਂਡ ਹੈ ਕਿਉਂਕਿ ਹਰ ਇੱਕ ਦੇ ਬੰਦੇ ਦੇ ਗਿੱਟੇ ਗੋਡੇ ਜਿਹੜੇ ਉਹ ਖਰਾਬ ਹੋਏ ਪਏ। ਅਤੇ ਉਹ ਤੁਸੀਂ ਛੱਡ ਕੇ ਐਕੈਡੈਮਿਕਸ 'ਚ ਆ ਗਏ, ਸੈਕਟਰੀ ਬਣੇ, ਫਿਰ VC ਬਣ ਗਏ। ਫਿਰ ਮਤਲਬ ਇਹ ਕੀ ਜਿਹੜੀ ਤਾਂਘ ਸੀਗੀ ਜਿਹੜੀ ਮਤਲਬ ਤੁਹਾਨੂੰ ਇੱਥੇ ਲੈ ਕੇ? ਸਰ ਕਿੰਨਾ ਕੁ ਪੈਸਾ ਚਾਹੀਦਾ ਹੁੰਦਾ ਜੀ, ਖਾਣਾ ਤਾਂ ਉਨਾ ਕੁਛ ਹੀ ਹੁੰਦਾ, ਕਿੰਨਾ ਮਰਜ਼ੀ ਇਕੱਠਾ ਕਰੀ ਜਾਓ। ਅਤੇ ਇੰਨਾ ਹੀ ਹੈ, ਬਸ ਸ਼ੌਕ ਸੀਗਾ ਕਿ ਇੱਕ ਸਿਸਟਮ ਨੂੰ ਇੰਪਰੂਵ ਕੀਤਾ ਜਾਵੇ। ਦੇਖੋ ਇਸ ਯੂਨੀਵਰਸਿਟੀ 'ਚ ਅੱਜ 3.85 'ਤੇ ਆਈ ਹੈ ਨਾ, ਇਹ ਸਿਸਟਮ ਇੰਪਰੂਵਮੈਂਟ ਹੈ। ਇਹ ਮੇਰੀ ਕੋਈ ਕੰਟਰੀਬਿਊਸ਼ਨ ਨਹੀਂ ਹੈ, ਸਿਸਟਮ ਇੰਪਰੂਵ ਹੋ ਗਿਆ। ਅੱਜ ਤੁਸੀਂ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਸਿਸਟਮ ਚੱਲਣ ਲੱਗ ਪਿਆ।
ਇਹ ਅਸੀਂ ਮਾਰ ਕਿਉਂ ਖਾਂਦੇ? ਦੇਖੋ ਆਈ ਵਾਸ ਸੈਕਟਰੀ ਜਨਰਲ ਏਸ਼ੀਅਨ ਫੈਡਰੇਸ਼ਨ ਦਾ ਸੈਕਟਰੀ ਜਨਰਲ ਸੀਗਾ, ਵਾਈਸ ਪ੍ਰੈਜ਼ੀਡੈਂਟ ਕੱਲ੍ਹ ਤੱਕ ਸੀ। ਕੱਲ੍ਹ ਮੈਂ ਵਾਈਸ ਪ੍ਰੈਜ਼ੀਡੈਂਟਸ਼ਿਪ ਛੱਡੀ ਹੈ ਅਤੇ ਏਸ਼ੀਅਨ ਫੈਡਰੇਸ਼ਨ ਦੀ ਮੈਂ ਦੁਨੀਆ ਸਾਰੀ ਘੁੰਮੀ ਹੈ। ਕੋਈ ਫਰਕ ਨਹੀਂ ਹੈ। ਵਿਆਨਾ ਯੂਨੀਵਰਸਿਟੀ ਵਿੱਚ ਵੀ ਜੇ ਲੋਕੀ ਯੂਨੀਵਰਸਿਟੀ ਮੈਨੇਜਮੈਂਟ ਵਿਜ਼ਿਟਿੰਗ ਪ੍ਰੋਫੈਸਰ ਗਿਆ, ਕੁਛ ਬੰਦੇ ਚੰਗੇ ਕੁਛ ਮਾੜੇ, ਉੱਥੇ ਵੀ ਇੱਦਾਂ ਹੀ ਚੱਲਦਾ। ਪਰ ਸਿਸਟਮ ਸੈੱਟ ਹੋਇਆ ਹੋਇਆ ਸਾਡੇ ਇੱਥੇ ਹਿੰਦੁਸਤਾਨ ਦੇ ਵੀ ਨੀ ਜਰਕ ਆਪਰੇਸ਼ਨ ਨੇ, ਸਿਸਟਮ ਸੈੱਟ ਨਹੀਂ ਹੈਗਾ। ਸੋ ਮੈਂ ਯੂਨੀਵਰਸਿਟੀ ਸਿਰਫ ਸਿਸਟਮ ਸੈੱਟ ਕੀਤਾ। ਹੁਣ ਮੇਰੀ ਫੰਡਿੰਗ ਸਾਰਿਆਂ ਨਾਲੋਂ ਘੱਟ ਹੈ ਆਊਟ ਆਫ ਆਲ ਦੀ ਯੂਨੀਵਰਸਿਟੀ ਇਨ ਦ ਸਟੇਟ। ਮੈਂ ਫਿਰ ਕਿਦਾਂ 7th ਪੇ ਕਮਿਸ਼ਨ ਦੇ ਦਿੱਤੀ, ਬਾਕੀਆਂ ਨੇ ਕਿਉਂ ਨਹੀਂ ਦੇ ਸਕੇ? ਉਹਨਾਂ ਦੀ ਕੀ ਪ੍ਰੋਬਲਮ? ਨੰਬਰ ਆਫ ਸਟੂਡੈਂਟ ਸੇਮ ਨੇ। ਬੇਸਿਕਲੀ ਇਹ ਹੈ ਕਿ ਲੀਕੇਜਸ ਬੰਦ ਕਰੋ, ਸਿਸਟਮ ਇਨ ਪਲੇਸ ਰੱਖੋ, ਪ੍ਰੋਪਰਾਈਟੀ ਲਿਆਓ, ਓਨੈਸਟੀ ਲਿਆਓ, ਤੁਹਾਡੇ ਆਪੇ ਯੂਨੀਵਰਸਿਟੀ ਸਰਵਾਈਵ ਕਰ ਜਾਂਦੀ ਹੈ। ਮੈਂ ਕੋਈ ਸਪੈਸ਼ਲ ਕੰਮ ਤਾਂ ਕੋਈ ਨਹੀਂ ਕੀਤਾ, ਸਿਰਫ ਇੱਕ ਇਹ ਹੈ ਕਿ ਓਨੈਸਟੀ ਨੇ ਕੰਮ ਕੀਤਾ। ਦੈਟ ਇਜ਼ ਆਲ ਵਾਟ ਕੀਤਾ। CEO ਨੂੰ ਹੈਵ ਟੂ ਇਨਵੋਲਵ ਹਿਮਸੈਲਫ ਇਨ ਹਾਂ ਥਿੰਗਸ। ਬਸ ਐਬਸੋਲੂਟਲੀ ਜੀ। ਹੁਣ ਉਹ ਗੱਲਾਂ ਨਹੀਂ ਰਹੀਆਂ ਕਿ ਜਿਹੜਾ ਵਾਈਸ ਚਾਂਸਲਰ ਹੈ ਕਿ ਉਹਨੂੰ ਤੁਸੀਂ ਮਿਲੇ ਨਾ, ਕੋਈ ਉਹਦੀ ਆਕੜ ਹੋਵੇ, ਉਹਨੂੰ ਲੋਕੀ ਜਨਾਬ ਕਹੀ ਜਾਣ। ਮੈਨੂੰ ਕੋਈ ਵਰਦੀ ਕਹਿੰਦਾ ਮੈਂ ਹੱਥ ਰੋਕਦਾ, ਵਰਦੀ ਵਾਈਸ ਚਾਂਸਲਰ ਨਹੀਂ। ਵਰਦੀ ਤਾਂ ਉਦੋਂ ਹੋਏਗਾ ਜਦੋਂ ਮੈਂ ਨੌਕਰੀ ਛੱਡ ਦੂੰ, ਫਿਰ ਤੈਨੂੰ ਵਰਦੀ ਕਹਿ ਦਿਓ, ਫਿਰ ਗੱਲ ਹਾਂ। ਨਹੀਂ ਪਰ ਅੱਜ ਤੇ ਵਰਦੀ ਕਿਹਾ ਜਾ ਸਕਦਾ। ਨਹੀਂ ਇਹ ਟਰਮ ਬੜੀਆਂ ਪੁਰਾਣੀਆਂ ਨੇ ਜੀ। ਇਹ ਅੱਜ ਕੱਲ੍ਹ ਤਾਂ ਵਾਈਸ ਚਾਂਸਲਰ ਹੁੰਦਾ। ਐਂਡ ਬੇਸਿਕਲੀ ਫਾਈਨੈਂਸ਼ੀਅਲ ਮੈਨੇਜਮੈਂਟ, ਐਡਮਿਨਿਸਟ੍ਰੇਟਿਵ ਮੈਨੇਜਮੈਂਟ ਇਜ਼ ਅ ਪਾਰਟ ਆਫ ਦੀ ਵਾਈਸ ਚਾਂਸਲਰ ਜੌਬ। ਇਹ ਹੁਣ ਇਹ ਲੋਅਰ ਸਟਾਫ ਜਿਹੜਾ ਹੈਗਾ ਤਾਂ ਹੀ ਕੰਮ ਕਰੇਗਾ ਜੇ ਵਾਈਸ ਚਾਂਸਲਰ ਆਪ ਓਨੈਸਟ ਹੋਏਗਾ, ਨਹੀਂ ਤਾਂ ਨਹੀਂ ਕਰੇਗਾ। ਸਰ ਇਹ ਮੈਨੂੰ ਲੱਗਦਾ ਕਿ ਪਲੇਸਮੈਂਟ ਦਾ ਬਹੁਤ ਫਰਕ ਹੋਇਆ, ਕਿਉਂਕਿ ਜਿਹੜੇ ਵੀ ਯੂਨੀਵਰਸਿਟੀਜ਼ ਹੈ, ਥਾਪਰ ਹੈ ਜਾਂ ਕੋਈ ਹੋਰ ਹੈ, ਉੱਥੋਂ ਕੋਈ ਵੀ ਗ੍ਰੈਜੂਏਟ ਹੁੰਦਾ ਤੇ ਉਹ ਪਹਿਲੇ ਉਹਨੂੰ ਜੌਬ ਦੀ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਕਿ ਹਾਂ ਯਾਰ ਹੀ ਇਜ਼ ਫਰੋਮ ਥਾਪਰ, ਉਹਨੂੰ ਪਹਿਲੇ ਦੇਖਿਆ ਜਾਵੇ ਜਾਂ ਉਹਨੂੰ ਰੱਖਿਆ ਜਾਵੇ, ਪਲੇਸ ਕੀਤਾ ਜਾਵੇ। ਲੇਕਿਨ ਲੱਗਦਾ ਹੁਣ ਜਿਹੜਾ ਸਾਨੂੰ ਜਿਹੜੇ ਰੈਂਕ ਮਿਲਿਆ ਉਹਦੇ ਨਾਲ ਬੱਚਿਆਂ ਦੀ ਪਲੇਸਮੈਂਟ 'ਚ ਬਹੁਤ ਜ਼ਿਆਦਾ ਫਰਕ ਪਏਗਾ। ਸਰ ਦੋਨਾਂ 'ਚ ਫਰਕ ਪਏਗਾ, ਐਡਮਿਸ਼ਨਸ ਵੀ ਫਰਕ ਪਏਗਾ। ਦੇਖੋ IITਆਂ ਦੇ ਵਿੱਚ ਹੁਣ ਮੈਂ ਦਿੱਲੀ ਜੋ ਰਿਹਾ ਤਾਂ ਮੈਂ ਆਲਮੋਸਟ 1 ਸਾਲ IIT ਦਿੱਲੀ ਦੇ ਲਾਗੇ ਮੇਰਾ ਘਰ ਸੀਗਾ, ਉੱਥੇ ਸਟੇਟ ਦੇ ਆ। ਇਹ ਨਹੀਂ ਗੱਲ ਕਿ ਉੱਥੇ ਬੜੀ ਜ਼ਿਆਦਾ ਟੀਚਿੰਗ ਅੱਛੀ ਆ ਰਹੀ। ਸਟੱਫ ਫॉर द ਸਟੂਡੈਂਟਸ ਇਜ਼ ਫਾਰ ਬੈਟਰ ਬਿਕੋਜ਼ ਦੇ ਆਰ ਮੋਰ ਕਮਿਟਡ ਟੂ ਐਜੂਕੇਸ਼ਨ। ਸੋ ਜੋ ਥੱਲੇ ਤੁਰੇ ਆਉਂਦੇ ਥੋੜ੍ਹੀ ਜਿਹੀ ਕਮਿਟਮੈਂਟ ਕਰੀ ਜਾਂਦੀ ਹੈ। ਸੋ ਵਾਟ ਵੀ ਬੇਸਿਕਲੀ ਡਿਜ਼ਾਇਰ ਇਸ ਕਿ ਇੱਕ ਤਾਂ ਐਡਮਿਸ਼ਨ ਦੇ ਵਿੱਚ ਤੁਹਾਡੀ ਕੰਪੀਟੀਸ਼ਨ ਆਉਣਗੇ, ਬੱਚੇ ਬੈਟਰ ਆਉਣਗੇ। ਹੁਣ ਤੁਹਾਡਾ ਜੇ ਵਿਜ਼ੀਬਿਲਿਟੀ ਵਧੇਗੀ, ਹੁਣ ਦੇਖੋ ਅੱਜ 3.85 ਹਿੰਦੁਸਤਾਨ ਦੇ ਵਿੱਚ ਹਰ ਬੰਦੇ ਮੈਨੂੰ ਘੱਟ ਤੋਂ ਘੱਟ 3-4 ਹਜ਼ਾਰ ਫੋਨ ਆ ਗਏ ਆਲ ਓਵਰ ਇੰਡੀਆ। ਉਹ ਵੀ ਇਸ ਤਰ੍ਹਾਂ ਕੋਈ ਸੈਕਟਰੀ ਜਾਂ ਸਾਰੀ ਦੁਨੀਆ ਜਾਣਦੀ ਫੋਨ ਕਰੀ ਜਾਂਦੇ ਨੇ। ਤਾਂ ਉਹਨਾਂ ਸਭ ਨੂੰ ਪਤਾ ਲੱਗਿਆ ਕਿ ਇੱਥੇ ਆਹ ਰੈਂਕ ਹੈ ਤਾਂ ਆਹ ਸਾਡੀ ਸਿਚੁਏਸ਼ਨ ਹੈ। ਸੋ ਆਬਵੀਅਸਲੀ ਦੇ ਵਿਲ ਲਾਈਕ ਟੂ ਸੈਂਡ ਦੇ ਚਿਲਡਰਨ ਹੀਅਰ। ਸੋ ਬੈਟਰ ਸਟੱਫ ਆਏਗਾ, ਬੈਟਰ ਆਏਗਾ। ਦੂਜਾ ਆਬਵੀਅਸਲੀ ਪਲੇਸਮੈਂਟਸ ਦਾ ਬਹੁਤ ਫਰਕ ਪੈਂਦਾ ਜੀ। ਅੱਜ ਵੀ ਪਲੇਸਮੈਂਟ ਦਾ ਮੇਲਾ ਪੰਜਾਬ ਸਰਕਾਰ ਨੇ ਇੱਥੇ ਲਾਇਆ ਸੀਗਾ ਅਤੇ ਉਹਨਾਂ ਨੇ ਮਤਲਬ ਉਹਦੇ ਵਿੱਚ ਸਾਡੀ ਜਦੋਂ ਇੱਕਦਮ ਰੈਂਕ ਵਧਿਆ, ਇੱਕਦਮ ਬੱਚਿਆਂ ਦੀ ਰਿਕਰੂਟਮੈਂਟ ਵਧੀ। ਹਾਲੇ ਦੇਖੋ ਜੇ ਹੋਰ 5-4 ਮਹੀਨੇ ਬਾਅਦ ਹੋਰ ਬੈਟਰ ਹੋਏਗੀ। ਇਹ ਹਮੇਸ਼ਾ ਹੀ ਹੁੰਦਾ ਹੈ ਕਿ ਰੈਂਕਿੰਗ ਦੇ ਹਿਸਾਬ ਨਾਲ ਹੀ ਹੁੰਦੀ। ਬਿਟਸ ਹੁਣ ਕਿੱਦਾਂ ਆ ਜਾਂ IITਆਂ 'ਚ ਕਿਉਂ ਰਿਕਰੂਟਮੈਂਟ ਜ਼ਿਆਦਾ ਕਿਉਂਕਿ ਹਾਇਰ ਰੈਂਕਡ। ਜਦੋਂ ਅਸੀਂ ਉਸ ਰੈਂਕ 'ਤੇ ਪਹੁੰਚਾਂਗੇ ਸਾਡਾ ਉਸ ਹਿਸਾਬ ਨਾਲ ਹੋ ਹੀ ਜਾਂਦਾ। ਸਰ ਇੱਥੇ ਬੇਸਿਕਲੀ ਜਿਹੜੀ ਵਿਡੰਬਨਾ ਉਹ ਇਹੀ ਹੈ ਕਿ ਬੱਚਾ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵੀ ਤਾਂ ਹੀ ਬੱਚੇ ਸ਼ਾਇਦ ਬਾਹਰ ਜਾ ਰਹੇ ਹੈ ਨਾ, ਤੇ ਉਹਨਾਂ ਨੂੰ ਇੱਥੇ ਉਹ ਕਹਿੰਦੇ ਜੀ ਅਸੀਂ ਮਿਹਨਤ ਅਸੀਂ ਉਨੀ ਕਰਨੀ ਹੈ ਤੇ ਸਾਨੂੰ ਉੱਥੇ ਡਾਲਰਸ 'ਚ ਜਿਹੜੀ ਕਮਾਈ ਹੋਣੀ ਹੈ। ਇੱਥੇ ਜਿਹੜੇ ਰੁਪਈਜ਼ ਆ 10-15 ਹਜ਼ਾਰ ਰੁਪਏ ਲੈ ਕੇ ਅਸੀਂ ਕੀ ਕਰਾਂਗੇ? ਹੈ ਨਾ, ਜੋ ਜੌਬ ਓਪਰਚੁਨਿਟੀ ਬਿਲਕੁਲ ਠੀਕ ਕਹਿ ਰਹੇ ਜੀ। ਇਹੀ ਵਧੇਗਾ। ਜਿੱਦਾਂ ਹੁਣ ਸਾਡੀ ਐਵਰੇਜ ਜਿਹੜੀ ਸਾਡੀ ਹੈਗੀ CTC ਹੈ ਉਹ ਵਧੀ ਹੋਈ ਹੈ, ਇੱਕ ਦਿਨ 'ਚ ਹੀ ਵੱਧ ਗਈ ਹੈ। ਕਿਤੇ ਮਤਲਬ 3-3 ਲੱਖ ਰੁਪਏ ਦਾ ਅੱਜ 'ਚ ਵੱਧ ਗਈ ਹੈ। ਸੋ ਇਹ ਇੱਦਾਂ ਹੀ ਵੱਧਦਾ ਹੈ। ਇਹ ਰੈਂਕਿੰਗ ਦੇਖੋ ਐਵੋਲੂਸ਼ਨ ਦੇਖੋ। ਅਸੀਂ ਸਿਰਫ 53 ਸਾਲ ਪੁਰਾਣੀ ਯੂਨੀਵਰਸਿਟੀਆਂ। ਜੇ ਤੁਸੀਂ ਹਾਰਵਰਡ ਐਂਡ ਆਕਸਫੋਰਡ ਕੈਂਬਰਿਜ ਦੇਖ ਦਿਓ 100, 150, 200, 300 ਪੁਰਾਣੀ ਯੂਨੀਵਰਸਿਟੀਆਂ ਨੇ। ਇਹ ਐਵੋਲੂਸ਼ਨ ਹੈ। ਇਹ ਜਿਹੜਾ ਹਾਇਰ ਐਜੂਕੇਸ਼ਨ ਹੈ ਨਾ, ਇਹ ਕਦੀ ਵੀ 180 ਡਿਗਰੀਜ਼ ਮੂਵ ਨਹੀਂ ਕਰਦਾ। ਇਹ 5-7 ਡਿਗਰੀ ਮੂਵ ਕਰਦਾ ਦਿਹਾੜੀ ਇੱਕ ਸਾਲ ਦੇ ਵਿੱਚ। ਸੋ ਇਹ ਗ੍ਰੈਜੂਅਲ ਪ੍ਰੋਗਰੈਸ਼ਨ ਹੈ। ਹੁਣ ਸਾਡੀ ਇਹ ਪ੍ਰੋਗਰੈਸ਼ਨ ਹੋ ਗਈ, ਇੱਕ ਲੈਵਲ 'ਤੇ ਪਹੁੰਚ ਗਿਆ। ਹੁਣ ਅਸੀਂ ਇੰਟਰਨੈਸ਼ਨਲ ਲੈਵਲ 'ਤੇ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ। ਹੁਣ ਸਾਡਾ ਆਰ ਏਮ ਇਜ਼ ਨਾਟ ਟੂ ਸਟੇ ਐਟ ਨੈਸ਼ਨਲ ਲੈਵਲ। ਵੀ ਹੈਵ ਰੀਚਡ ਅ ਲੈਵਲ। ਨਾਓ ਵੀ ਵਾਂਟ ਟੂ ਗੋ ਟੂ ਇੰਟਰਨੈਸ਼ਨਲ ਲੈਵਲਸ। ਹੁਣ ਗ੍ਰੈਜੂਅਲੀ ਇੱਕ ਟਾਈਮ ਆਏਗਾ ਦੈਨ ਦਿਸ ਵਿਲ ਬੀ ਵਨ ਆਫ ਦ ਪ੍ਰੀਮੀਅਰ ਯੂਨੀਵਰਸਿਟੀਜ਼। ਬਾਕੀ ਇੱਕ ਟਾਈਮ ਸੀ ਸਰ ਤਕਸ਼ਿਲਾ ਯੂਨੀਵਰਸਿਟੀ ਦਾ ਇਤਿਹਾਸ ਹੈ ਕਿ ਉਹਦੇ ਚੋਂ ਬਾਹਰੋਂ ਪੜ੍ਹਨ ਆਉਂਦੇ ਸੀ ਲੋਕ, ਵਿਦੇਸ਼ ਚੋਂ ਇੰਡੀਆ ਆਉਂਦੇ ਸੀ। ਵੀ ਤੁਹਾਡਾ ਮਤਲਬ ਉਹ ਦੈਟ ਇਜ਼ ਯੋਰ ਦੈਟ ਇਜ਼ ਦ ਨੈਕਸਟ ਸਟੈਪ। ਹੁਣ ਅਸੀਂ ਇੱਕ ਲੈਵਲ 'ਤੇ ਪਹੁੰਚ ਕੇ ਹੁਣ ਨੈਕਸਟ ਸਟੈਪ ਇਹੀ ਕਰਨਾ। ਦੇਖੋ ਗੱਲ ਬਾਕੀ ਸਪੋਰਟ ਮਿਲਣੀ ਚਾਹੀਦੀ ਹੈ। ਮੈਂ ਸਰਕਾਰ ਦੀ ਸਰ ਕਿੰਨੀ ਸਪੋਰਟ ਹੈ? ਕਿਉਂਕਿ CM ਸਾਹਿਬ ਨੇ ਵੀ ਟਵੀਟ ਕੀਤਾ ਹੈ, ਤੇ ਕਿਸ ਤਰ੍ਹਾਂ ਸਮਝਦੇ ਹੋ? ਦੇਖੋ ਮੈਂ ਦੋਨੋਂ ਮੇਰੇ ਮੰਤਰੀ ਸਾਹਿਬ ਨੇ, ਮੀਤ ਹੇਅਰ ਸਾਹਿਬ ਨੇ, ਗੁਰਮੀਤ ਸਿੰਘ, ਮੈਂ ਇੰਨੇ ਡੀਸੈਂਟ ਆਦਮੀ ਨੇ ਕਿ ਤੁਸੀਂ ਕਦੀ ਵੀ ਰਿਕੁਐਸਟ ਕੀਤੀ ਉਹਨੇ ਕਦੀ ਨਾ ਨਹੀਂ ਕੀਤੀ, ਕਦੀ ਵੀ ਨਾ ਨਹੀਂ ਕੀਤੀ। ਮਾਨ ਸਾਹਿਬ ਨਾਲ ਘੱਟ ਵਾਹ ਪਿਆ, ਪਰ ਮਾਨ ਸਾਹਿਬ ਨਾਲ ਵੀ ਜਿੰਨਾ ਕੁ ਵਾਹ ਪਿਆ ਹੀ ਹੈਜ਼ ਬੀਨ ਵੈਰੀ ਕਾਈਂਡ ਟੂ ਅਸ। ਮਤਲਬ ਕਦੀ ਉਹਨਾਂ ਨਾ ਨਹੀਂ ਕਿਸੇ ਗੱਲ 'ਤੇ ਕੀਤੀ। ਜਿਹਨੇ ਵੀ ਮੈਂ 2-3 ਕੰਮ ਕਹੇ ਸੀਗੇ ਉਹਨਾਂ ਨੇ ਹਾਂ ਕੀਤੀ ਕਿ ਵੇਖਾਂਗੇ ਗ੍ਰੈਜੂਅਲੀ ਓਵਰ ਦ ਟਾਈਮ ਜੇ ਪੈਸਾ ਹੋਏਗਾ। ਸਰਕਾਰਾਂ ਦੀ ਇੱਕ ਮਜਬੂਰੀ ਹੈ ਜੀ। ਮੈਂ ਦੱਸਦਾ ਦਿੱਲੀ ਵੀ ਸੀਗਾ ਮੈਂ UGC ਆਈ ਵਾਜ਼ ਲੁਕਿੰਗ ਆਫਟਰ ਫੰਡਸ। ਸਰਕਾਰਾਂ ਦੇ ਫੰਡ ਲਿਮਿਟਡ ਹੁੰਦੇ ਆ, ਕਦੀ ਅਨਲਿਮਿਟਡ ਫੰਡਸ ਨਹੀਂ ਹੁੰਦੇ। ਜੇ ਸੋਚੋ ਕਿ ਤੁਸੀਂ ਮਤਲਬ ਮੈਂ ਅੱਜ 500 ਕਰੋੜ ਮੰਗ ਲਵਾਂ ਅਤੇ ਮੈਂ 2000 ਕਰੋੜ ਮੰਗ ਲਾਂ, ਨਹੀਂ ਮਿਲ ਸਕਦਾ। ਕਿਉਂ? ਉਹਨਾਂ ਨੇ ਬੜੇ ਮਹਿਕਮੇ ਦੇਖਣੇ ਹੁੰਦੇ ਆ, ਬੜਾ ਕੁਝ ਵੇਖਣਾ ਹੁੰਦਾ।
ਤੁਹਾਨੂੰ ਆਪਣੇ ਆਪ ਨੂੰ ਵੀ ਕਿਸੇ ਤਰੀਕੇ ਨਾਲ ਇੱਦਾਂ ਬਣਾਉਣਾ ਚਾਹੀਦਾ ਕਿ ਤੁਸੀਂ ਉਹਨਾਂ ਦੀ ਲਾਇਬਿਲਿਟੀ ਔਨ ਸਰਕਾਰ ਜਿੰਨੀ ਘੱਟ ਤੋਂ ਘੱਟ ਦੇ ਸਕੀਏ, ਜਿੰਨੀ ਘੱਟ। ਇਹ ਨਹੀਂ ਹੈ ਕਿ ਤੁਸੀਂ ਮਤਲਬ ਫੇਲ ਹੋ ਜਾਓ, ਕਰ ਲਓ, ਯੂਨੀਵਰਸਿਟੀ ਵੀ ਪੈਸੇ ਮੰਗਣ ਲੱਗ ਪਓ, ਇਹ ਉਹ ਤਰੀਕਾ ਨਹੀਂ ਹੈ। ਸੋ ਤੁਸੀਂ ਆਪਣੇ ਬੈਸਟ ਤਰੀਕੇ ਨਾਲ ਚਲਾਓ। ਜਿਹੜੇ ਡਿਫਿਸਿਟ ਫੰਡਿੰਗ ਹੈ ਨਾ, ਡਿਫਿਸਿਟ ਫੰਡਿੰਗ ਉਹ ਸਰਕਾਰ ਦੇਵੇ। ਮਤਲਬ ਤੁਸੀਂ ਆਪਣੀ ਕੋਸ਼ਿਸ਼ ਕਰੋ ਕਿ ਤੁਹਾਡੇ, ਜਿੱਦਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਸਾਡੇ ਹੁਣ ਤਾਂ ਅਸੀਂ ਬੰਦ ਕਰ ਦਿੱਤਾ, ਸਾਨੂੰ ਹਾਈ ਕੋਰਟ ਨੇ ਕਿਹਾ ਸੀ ਕਿ ਤੁਸੀਂ ਇੱਕ ਸਟੂਡੈਂਟ ਜਿਹੜਾ ਹੈਗਾ 25,000 ਰੁਪਈਆ ਸਪੋਜ਼ਿੰਗ ਦੇਗਾ ਤਾਂ ਤੁਸੀਂ ਲੇਟ ਫੀ ਇੱਕ ਡੇਟ ਸੀ ਉਹ ਤੋਂ ਬਾਅਦ ਦੇਗਾ 25,000 ਦੇ ਕੇ ਜਮ੍ਹਾਂ ਕਰਾਏਗਾ। ਮੇਰਾ ਆਪਣਾ ਰਿਸ਼ਤੇਦਾਰ ਸੀ ਬੜਾ ਕਲੋਜ਼, ਉਹਦਾ ਪਿਆ, ਮੈਂ ਜੇਬ 'ਚੋਂ 25,000 ਦਿੱਤਾ, ਪਰ ਇਹ ਨਹੀਂ ਕਿ ਮੈਂ ਉਹਨੂੰ ਮਾफ़ ਕੀਤਾ। ਮਾफ़ ਨਹੀਂ ਕਰਨਾ, ਮਾफ़ ਹਰ ਪਾਸੇ ਰੂਲ ਇੱਕ ਰੱਖੋ। ਜੇ ਰੂਲ ਤੁਸੀਂ ਵੇਰੀ ਕਰੋਗੇ ਨਾ, ਸੱਜੇ ਖੱਬੇ ਕਰੋਗੇ, ਦੈਨ ਐਵਰੀਥਿੰਗ ਫੇਲ। ਸਿਸਟਮ ਫੇਲ ਹੀ ਤਾਂ ਹੁੰਦਾ, ਸਿਸਟਮ ਉਦੋਂ ਨਹੀਂ ਫੇਲ ਤਾਂ ਹੁੰਦਾ ਇੱਕੋ ਤਰੀਕੇ ਜੇ ਇੱਕੋ ਅੱਖ ਨਾਲ ਹਰ ਇੱਕ ਨੂੰ ਵੇਖੋ। ਦੈਟ ਇਜ਼ ਅ ਸਿਸਟਮ ਚੱਲਦਾ। ਹੁਣ ਆਹ ਯੂਨੀਵਰਸਿਟੀਆਂ ਦਾ ਹੌਲੀ ਹੌਲੀ ਗ੍ਰੈਜੂਅਲੀ ਆਪਾਂ ਨੂੰ ਹੌਲੀ ਹੌਲੀ ਕਰਕੇ ਜਿੱਦਾਂ ਵੀ ਹੈਵ ਟੂ ਗੋ ਟੂਵਰਡਸ ਵੈਸਟਰਨ ਸਿਸਟਮ। ਵਾਈ ਆਰ ਪ੍ਰਾਈਵੇਟ ਯੂਨੀਵਰਸਿਟੀ ਫਲਰਿਸ਼ਿੰਗ? ਕੋਈ ਸਰਕਾਰ ਇੰਨੇ ਉਹਦੇ ਕੋਲ ਪੈਸਾ ਨਹੀਂ ਹੈ ਕਿ ਸਰਕਾਰ ਤੁਹਾਡੀਆਂ ਇੰਨੀਆਂ ਯੂਨੀਵਰਸਿਟੀਆਂ ਖੋਲ੍ਹ ਦੇਵੇ, ਇੰਨਾ ਕੁਛ ਖੋਲ੍ਹ ਦੇ। ਅੱਗੇ ਬਥੇਰੀਆਂ ਖੁੱਲ੍ਹੀਆਂ ਹੋਈਆਂ, ਉਹਨਾਂ ਨੂੰ ਮੇਨਟੇਨ ਕਰਨਾ ਹੀ ਬੜਾ ਮੁਸ਼ਕਿਲ ਆ ਰਿਹਾ। ਹੁਣ ਸਾਡੀ ਫੰਡਿੰਗ ਜਿਹੜੀ ਬਹੁਤ ਮਿਨੀਮਲ ਹੈ, ਵੀ ਆਰ ਗੈਟਿੰਗ 1/4 or 1/5 of what other university getting, 1/10 of what ਪੰਜਾਬ ਯੂਨੀਵਰਸਿਟੀ is getting, but still ਸਾਡੇ ਨੰਬਰ ਆਫ ਸਟੂਡੈਂਟ ਸਾਡੇ ਕੈਂਪਸ ਸੇਮ ਹੀ ਹੈ। ਜੋ ਉਹਨਾਂ ਦੇ ਫਰਕ ਕਿੰਨਾ ਹੋਊਗਾ, 100-200 ਦਾ ਫਰਕ, ਪਰ ਸਾਡੀ ਮੈਨੇਜਮੈਂਟ ਬੈਟਰ। ਅਸੀਂ 7th ਪੇ ਕੁਸ਼ਨ ਵੀ ਦੇ ਦਿੱਤੀ ਸਰਕਾਰ ਨੇ, ਜਦ ਅਨਾਊਂਸ ਕੀਤੀ ਅਗਲੇ ਦਿਨ 7th ਪੇ ਕੁਸ਼ਨ, ਅਤੇ ਬਾਕੀ ਯੂਨੀਵਰਸਿਟੀ ਹਾਲੇ ਸੋਚਣ ਦੀਆਂ ਦੇਣੀ ਕਿ ਨਹੀਂ ਦੇਣੀ। ਮੈਂ ਸਰ ਮੇਰਾ ਤੁਸੀਂ ਕਰ ਸਕਦੇ ਹੋ, ਹਰ ਕੋਈ ਕਰ ਸਕਦਾ। ਮੈਨੂੰ ਲੱਗਦਾ ਥੋੜੀ ਜੀ ਐਫਰਟ ਦੀ ਕਮੀ ਲੱਗ ਰਹੀ ਹੈ ਸਰ। ਥੋੜੀ ਮੁਹੱਬਤ ਦੀ ਗੱਲ ਹੈ ਜੀ ਯੂਨੀਵਰਸਿਟੀ, ਹੋਰ ਕੁਛ ਨਹੀਂ ਹੈ ਸਰ। ਇੱਕ ਮੁਹੱਬਤ, ਇੱਕ ਥੋੜਾ ਜਿਹਾ ਦਮ ਰੱਖਣਾ। ਸਾਡੇ ਜਿਹੜਾ ਕਲਚਰ ਥੋੜਾ ਜਿਹਾ ਆ ਗਿਆ ਨਾ ਗ੍ਰੈਜੂਅਲੀ, ਕਿ ਤੁਸੀਂ ਇੱਕ ਪਾਥ ਆਫ ਲੀਸਟ ਰੈਜ਼ਿਸਟੈਂਸ ਲੈਣਾ। ਇਹਦੇ ਨਾਲ ਅਸੀਂ ਨਾਟ ਇਨ ਹਾਇਰ ਐਜੂਕੇਸ਼ਨ, ਆਈ ਐਮ ਸੇਇੰਗ ਜ਼ਿੰਦਗੀ ਵਿੱਚ ਪਾਥ ਆਫ ਲੀਸਟ ਰੈਜ਼ਿਸਟੈਂਸ ਲੈਣਾ, ਕਿ ਤੁਸੀਂ ਜੋ ਮਰਜ਼ੀ ਹੋਈ ਜਾਵੇ, ਚਾ ਮੈਂ ਕੀ ਲੈਣਾ, ਮੇਰਾ ਨੈਕਸਟ ਬੰਦਾ ਦੇਖੂਗਾ ਜਾਂ ਇਹ ਕਰੂਗਾ, ਦੈਨ ਸਿਸਟਮ ਫੇਲ। ਜੋ ਸਿਸਟਮ ਤਾਂ ਹੀ ਚੱਲਣਗੇ ਤਾਂ ਜੇ ਤੁਸੀਂ ਕੋਈ ਪ੍ਰਿੰਸੀਪਲ ਸੇ ਚੱਲੋਗੇ ਐਂਡ ਪਾਥ ਆਫ ਲੀਸਟ ਰੈਜ਼ਿਸਟੈਂਸ ਨਹੀਂ ਲਓਗੇ। ਸਰ ਤੁਸੀਂ ਕੀ ਕੁਐਸਚਨ ਲਾਸਟ ਹੈ ਮੇਰਾ, ਕਿ ਬੱਚਿਆਂ ਨੂੰ ਕੋਈ ਸਟ੍ਰੈਸ ਜਿਹੜਾ ਅੱਜ ਕੱਲ੍ਹ ਬੱਚੇ ਬਹੁਤ ਜ਼ਿਆਦਾ, ਈਵਨ ਕਿ 10th ਦੇ ਵਿੱਚ ਵੀ ਬੱਚਾ ਜਿਹੜਾ ਇਸ ਤਰ੍ਹਾਂ ਮਤਲਬ ਉਹਨੂੰ ਲੱਗਦਾ ਕਿ ਮੈਂ ਪਤਾ ਨਹੀਂ ਕੀ ਕਰਨਾ ਹੈ ਨਾ, ਤੇ ਕੰਪੀਟੀਸ਼ਨ 'ਚ ਆ ਜਾਂਦਾ ਤਾਂ ਫਿਰ ਤੇ ਹੋਰ ਵੀ ਜ਼ਿਆਦਾ ਵੱਧ ਜਾਂਦਾ। ਫਿਰ ਕੋਚਿੰਗ ਕਲਾਸਿਸ ਵੀ ਲੈਂਦਾ ਉਹ, ਹੈ ਨਾ, ਪੈਸੇ ਵੀ ਪੂਰੇ ਭਰਦਾ, ਫਿਰ ਵੀ ਸਟਿਲ ਜਿਹੜਾ ਉਹ ਡਿਪਰੈਸ਼ਨ 'ਚ ਜਾਂਦਾ। ਕਈ ਬੱਚੇ ਤੇ ਸੁਸਾਈਡ ਕਰਨ ਤੱਕ ਚਲੇ ਜਾਂਦੇ। ਕਿਸ ਤਰ੍ਹਾਂ ਦੇਖਦੇ ਹੋ ਸਰ ਇਹ ਸਾਰੀ ਸਾਈਕੋਲੋਜੀ? ਇਹ ਸਰ ਵੈਸੇ ਨਾ ਸਾਡੇ ਜੋ ਅਸੀਂ ਪੜ੍ਹਦੇ ਹੁੰਦੇ ਸੀ, ਸਾਨੂੰ ਇੰਨਾ ਟੈਨਸ਼ਨ ਨਹੀਂ ਸੀ ਹੁੰਦੀ। ਸੱਚ ਕਹਿਣਾ, ਮੇਰੀ ਬੇਟੀ ਪੜ੍ਹੀ ਹੈ, ਮੈਨੂੰ ਪਤਾ ਕਿੰਨੀ ਟੈਨਸ਼ਨ ਹੈ। ਕੰਪੀਟੀਟਿਵ ਵਰਲਡ ਹੈ, ਟਾਈਮ ਸ਼ਾਰਟ ਦੇ ਵਿੱਚ ਤੁਸੀਂ ਰਿਸਪੌਂਡ ਕਰਨਾ ਹੁੰਦਾ। ਸੋ ਓਬਵੀਅਸਲੀ ਦੇ ਹੈਵ ਟੂ ਟ੍ਰੇਨ ਇਨ ਸੱਚ ਅ ਮੈਨਰ ਕਿ ਇਮੀਡੀਏਟ ਰਿਸਪੌਂਸ ਨਿਕਲੇ ਐਂਡ ਠੀਕ ਰਿਸਪੌਂਸ ਨਿਕਲੇ। ਫਿਰ 0.25 ਦੇ ਨਾਲ ਜ਼ਿੰਦਗੀ ਬਣਦੀ, 0.25 ਨਾਲ ਜ਼ਿੰਦਗੀ ਖਤਮ ਹੋ ਜਾਂਦੀ ਹੈ। ਸੋ ਇਹ ਸਟ੍ਰੈਸਿਸ ਬੜੇ ਆ। ਮੈਂ ਇੱਕੋ ਰਿਕੁਐਸਟ ਕਰੂੰਗਾ ਪੇਰੈਂਟਸ ਨੂੰ ਕਿ ਬੱਚੇ ਆਪਣੇ ਕੋਲ ਰੱਖ ਕੇ ਪੜ੍ਹਾਓ। ਬੱਚਿਆਂ ਨੂੰ ਸਪੋਰਟ ਚਾਹੀਦੀ ਹੈ। ਬੱਚਿਆਂ ਨੂੰ ਇਹ ਨਹੀਂ ਚਾਹੀਦਾ ਕਿ ਬੱਚੇ ਜਿਹੜੇ ਉੱਠ ਕੇ ਤੁਸੀਂ ਕਹੋ ਜੀ ਕੋਟਾ ਪਾ ਦਿਓ, ਤੁਸੀਂ ਰਾਈਟ ਆਫ ਕਰ ਦਿਓ ਬੱਚਿਆਂ ਨੂੰ ਕਿ ਚੰਡੀਗੜ੍ਹ ਭੇਜਤਾ, ਦਿੱਲੀ ਭੇਜਤਾ ਜਾਂ ਕੋਈ ਦਿੱਲੀ ਚੰਡੀਗੜ੍ਹ ਪੜ੍ਹਾਈ ਜ਼ਿਆਦਾ ਨਹੀਂ ਹੁੰਦੀ। ਹਰ ਚੀਜ਼ YouTube 'ਤੇ ਅਵੇਲੇਬਲ ਹੈ, ਹਰ ਚੀਜ਼ ਅੰਮ੍ਰਿਤਸਰ ਵੀ ਹੋ ਸਕਦੀ, ਹਰ ਥਾਂ ਟੀਚਰ ਚੰਗੇ ਵੀ ਹੈ, ਮਾੜੇ ਵੀ ਹੈ। ਸੋ ਉਹਦਾ ਕੋਈ ਫਰਕ ਨਹੀਂ ਪੈਂਦਾ, ਬਟ ਕੋਲ ਰੱਖੋਗੇ ਅਤੇ ਜਦੋਂ ਬਾਲਾ ਚੰਗਾ ਹੋਏਗਾ ਉਹ ਤੁਹਾਡੇ ਨਾਲ ਬੈਠੇਗਾ, ਜੱਫੀ ਵੀ ਪਾਏਗਾ, ਉਹ ਸਟ੍ਰੈਸ ਵੀ ਰਿਲੀਵ ਹੋਏਗਾ। ਬਾਕੀ ਕੈਂਪਸਿਸ ਦੇ ਵਿੱਚ ਜਿੱਦਾਂ ਅਸੀਂ ਸਾਈਕੋਲੋਜਿਸਟ ਲੱਗੀ ਹੋਈ ਹੈ, ਇਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਮੇਰੇ ਟਾਈਮ 'ਤੇ ਬਣਾਇਆ ਸੈਕਟਰੀ, ਅਸੀਂ ਗਾਈਡਲਾਈਨਸ ਇਸ਼ੂ ਕੀਤੀਆਂ ਸਟੂਡੈਂਟ ਦੀਆਂ ਸੇਫਟੀ ਦੀਆਂ। ਉਹਦੇ ਵਿੱਚ ਮੈਂ ਕੈਟਾਗੋਰਿਕਲੀ ਮੈਂਸ਼ਨ ਕੀਤਾ ਸੀਗਾ ਹਰ ਇੰਸਟੀਟਿਊਸ਼ਨ ਨੂੰ ਇੱਕ ਕਲੀਨਿਕਲ ਸਾਈਕੋਲੋਜਿਸਟ ਰੱਖਣਾ ਚਾਹੀਦਾ ਹੈਗਾ, ਜਿਹੜਾ ਬੱਚਿਆਂ ਨੂੰ ਸਟ੍ਰੈਸ ਵਾਸਤੇ ਕਾਉਂਸਲਿੰਗ ਕਰ ਸਕੇ। ਹੁਣ ਸਾਡੀ ਯੂਨੀਵਰਸਿਟੀ ਹੈ, ਵੀ ਹੈਵ ਵਨ ਐਂਡ ਵੀ ਹੈਵ ਕਾਉਂਸਲਿੰਗ ਸੈਂਟਰ ਆਲਸੋ। ਐਂਡ ਇੰਟਰਸਟਿੰਗ ਗੱਲ ਜਿਹੜੀ ਮੈਂ ਇਹ 'ਚ ਨੋਟ ਕੀਤੀ, ਜਦੋਂ ਇਹ ਕਾਉਂਸਲਿੰਗ ਸੈਂਟਰ ਸ਼ੁਰੂ ਕੀਤਾ, ਹੁਣ ਤਾਂ ਇਟਸ ਪਾਰਟ ਆਫ ਰਿਸ਼ੀਆ ਯੂਥ ਵੇਅਰ ਸਪੋਰਟਸ ਮਿਆਸ ਡਿਪਾਰਟਮੈਂਟ ਦਾ ਉਹ ਇੱਕ ਪਾਰਟ ਹੈਗਾ ਕਿ ਜਿੰਨੇ ਸਟੂਡੈਂਟ ਆਉਂਦੇ ਉਹਨੇ ਟੀਚਰ ਵੀ ਆਉਂਦੇ ਸੀਗੇ। Okay. So they also need counseling. They also under stress. ਕੋਈ ਜੌਬ ਸਟ੍ਰੈਸ ਹੈ, ਕਿਸੇ ਦੀ PhD ਨਹੀਂ ਹੋ ਰਹੀ, ਕਿਸੇ ਇਹ ਨਹੀਂ ਹੋ ਰਿਹਾ, ਕੋਈ ਕਿਸੇ ਦਾ ਹੈਡ ਆਊਟ ਤੰਗ ਕਰ ਰਿਹਾ, ਕਿਸੇ ਦਾ ਸਟੂਡੈਂਟ ਤੰਗ ਕਰ ਰਿਹਾ, ਸਟੂਡੈਂਟ ਨੂੰ ਨਹੀਂ ਮੈਨੇਜ ਕਰ ਪਾਉਂਦਾ। ਪਰ ਇਸ ਕਰਕੇ ਇਟਸ ਵੈਰੀ ਇੰਪੋਰਟੈਂਟ। ਅੱਜ ਕੱਲ੍ਹ ਜ਼ਮਾਨਾ ਇਦਾਂ ਦਾ। ਮੇਰੇ ਖਿਆਲ ਮਾਪਿਓ ਤੋਂ ਵੱਧ ਵੱਡਾ ਕਾਉਂਸਲਰ ਨਹੀਂ ਹੋ ਸਕਦਾ। ਬਿਲਕੁਲ, ਮਾਪਿਓ ਇਜ਼ ਦ ਬੈਸਟ ਕਾਉਂਸਲਰ। ਮਾਪਿਓ ਜੋ ਮੁਹੱਬਤ ਹੈ, ਪਿਆਰ ਕਰਦੇ ਨੇ। ਬਾਕੀ ਬੱਚਿਆਂ ਨੂੰ ਹਮੇਸ਼ਾ ਹੀ ਬੈਚਲਰ ਤੋਂ ਬਾਹਰ ਭੇਜੋ, ਪਹਿਲਾਂ ਨਹੀਂ ਭੇਜੋ। ਬੈਚਲਰ ਦੇ ਵਿੱਚ 18 ਸਾਲਾਂ ਜਾਂਦਾ ਹੈਗਾ, ਉਹਨੂੰ ਕੁਛ ਦੁਨੀਆ ਦਾ ਪਤਾ ਨਹੀਂ ਹੁੰਦਾ। ਉੱਥੇ ਜਾ ਕੇ ਉਹ ਕੁਛ ਨਾ ਕੁਛ ਮਾੜੀ ਚੰਗੀ ਆਦਤ ਸਿੱਖਦਾ, ਕੁਛ ਚੰਗਾ ਵੀ ਰਹਿੰਦਾ। ਇਹ ਨਹੀਂ ਕਿ ਸਾਰੇ ਮਾੜੇ ਹੋ ਜਾਂਦੇ, ਆਈ ਐਮ ਨਾਟ ਸੇਇੰਗ ਸਾਰੇ ਮਾੜੇ ਹੁੰਦੇ, ਬਟ ਦੇਰ ਇਜ਼ ਅ ਚਾਂਸ ਕਿ ਦੈਟ ਉਹਨੂੰ ਮੈਚੋਰਿਟੀ ਲੈਵਲ ਹੁੰਦਾ। ਜੇ ਬੈਚਲਰ ਹੋ ਜਾਂਦਾ, ਉਹਨੂੰ ਆਲਰੇਡੀ ਉਹਨੇ ਧੱਕਾ ਖਾਦੇ ਹੁੰਦੇ ਆ, ਉਹ ਯੂਨੀਵਰਸਿਟੀ ਸਿਸਟਮ ਗੁਜ਼ਰਿਆ ਹੁੰਦਾ, ਉਹਦੀ ਰਿਲੇਸ਼ਨਸ਼ਿਪਸ ਚੇਂਜ ਹੋਈਆਂ ਹੁੰਦੀਆਂ ਨੇ, ਉਹਦੀ ਦੁਨੀਆ ਦਾ ਇੰਟਰੈਕਸ਼ਨ ਵਧਿਆ ਹੁੰਦਾ। ਜਿੱਦਾਂ ਆਲ ਸਕੂਲ ਬੱਚੇ ਬॉयਜ਼ ਸਕੂਲ 'ਚੋਂ ਆਏ ਨੇ, ਯੂਨੀਵਰਸਿਟੀ ਆਉਣਗੇ, ਗਰਲਸ ਨਾਲ ਇੰਟਰੈਕਟ ਕਰਨਗੇ। ਸੋ
ਸੋ ਉਹਨਾਂ ਨੂੰ ਇੰਟਰੈਕਟ ਕਰਨਾ ਹੀ ਨਹੀਂ ਆਉਂਦਾ ਹੁੰਦਾ 18 ਸਾਲਾਂ ਦੇ, ਜਦੋਂ 20-22 ਸਾਲਾਂ ਦੇ ਹੁੰਦੇ ਉਹ ਗਿੱਝੇ ਹੁੰਦੇ ਕਿ ਅਸੀਂ ਲੋਕਾਂ ਨਾਲ ਕਿੱਦਾਂ ਇੰਟਰਪਰਸਨਲ ਰਿਲੇਸ਼ਨਸ਼ਿਪ ਮੇਨਟੇਨ ਕਰਨੀ ਹੈ, ਦੈਨ ਦੇ ਸ਼ੁੱਡ ਬੀ ਸੈਂਟ ਆਊਟ। ਮੈਂ ਇਸ ਦੇ ਬਿਲਕੁਲ ਹੱਕ 'ਚ ਨਹੀਂ ਹੈ ਇਸ ਗੱਲ ਦੇ ਵਿੱਚ। ਮੇਰਾ ਖਿਆਲ ਹੈ ਕਿ ਜਿੰਨੇ ਪੇਰੈਂਟਸ ਹੈਗੇ ਨੇ ਉਹ ਬਾਹਰ ਇਸ ਤਰ੍ਹਾਂ ਭੇਜ ਰਹੇ ਨੇ, ਪ੍ਰੋਬਬਲੀ ਉਹ ਆਪਣੀ ਰਿਸਪੌਂਸਿਬਿਲਿਟੀ ਜਿਹੜੀ ਹੈਗੀ ਉਹ ਉਨੀ ਸਮਝਦੇ ਨਹੀਂ ਕਿ ਇਹਨਾਂ ਨੂੰ ਬੱਚਿਆਂ ਨੂੰ ਸਪੋਰਟ ਦੀ ਤੁਹਾਡੀ ਜ਼ਰੂਰਤ ਹੈਗੀ ਹੈ। ਦੇ ਨੀਡ ਟੂ ਬੀ ਕੈਪਟ ਇਨ ਯੋਰ ਲੈਪ ਐਂਡ ਹਗਡ, ਮਤਲਬ ਦੈਟ ਇਜ਼ ਦ ਥਿੰਗ। ਸੋ ਮੈਂ ਇਹ ਹੈ ਕਿ ਨਾਲੇ ਹਿੰਦੁਸਤਾਨ ਦੇ ਵਿੱਚ ਨਾ ਕਲਚਰ ਡਿਫਰੈਂਟ ਹੈ, ਵੀ ਆਰ ਵੈਰੀ ਡਿਫਰੈਂਟ ਈਵਨ ਤੁਸੀਂ ਸਾਊਥ ਇੰਡੀਆ ਚਲੇ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਉੱਥੇ ਫਿਰ ਗ੍ਰੇਗੇਰੀਅਸਨੈਸ ਹੈ, ਦੋਸਤੀਆਂ ਨੇ, ਉਹ ਲੈਂਗੁਏਜ ਵੀ ਉਹੀ ਜਿਹੀ ਹੈ, ਰਹਿਣਾ ਸਹਿਣਾ ਵੀ ਉਹੀ ਜਿਹਾ। ਇੱਕ ਅਮਰੀਕਨ ਸਿਸਟਮ, ਕੈਨੇਡੀਅਨ ਸਿਸਟਮ, ਆਸਟ੍ਰੇਲੀਅਨ ਸਿਸਟਮ ਸਾਡੇ ਨਾਲ ਬਿਲਕੁਲ ਡਿਫਰੈਂਟ ਹੈ। ਤੋ ਮਾਸਟਰਸ ਵਾਲੇ ਬਾਹਰ ਭੇਜੋ, 100% ਮਾਸਟਰਸ ਵਾਲੇ ਬਾਹਰ ਭੇਜਣਾ ਚਾਹੀਦਾ, ਕਿਉਂਕਿ ਜਿੰਨਾ ਚਿਰ ਇੰਟਰਨੈਸ਼ਨਲ ਐਕਸਪੋਜਰ ਨਹੀਂ ਹੋਏਗਾ ਤੁਸੀਂ ਉਸ ਲੈਵਲ 'ਤੇ ਪਹੁੰਚੋਗੇ ਨਹੀਂ। ਸੋ ਅੱਜ ਕੱਲ੍ਹ ਤਾਂ ਇੰਟਰਨੈਸ਼ਨਲ ਐਕਸਪੋਜਰ ਬਹੁਤ ਜ਼ਰੂਰੀ ਹੈ। ਸੋ ਇਹ ਮੇਰੇ ਹਿਸਾਬ ਨਾਲ ਤੇ ਦਿਸ ਇਜ਼ ਦ ਬੈਸਟ ਆਪਸ਼ਨ, ਬੈਚਲਰ ਇੱਥੇ ਕਰਾਓ, ਮਾਸਟਰਸ ਬਾਹਰ ਕਰਾਓ। ਐਂਡ ਇਹ ਯੂਨੀਵਰਸਿਟੀ ਅਸੀਂ, ਮੇਰਾ ਜੋ ਏਮ ਹੈਗਾ ਫॉर द ਨੈਕਸਟ ਉਹ ਹੈਗਾ ਕਿ ਇਹਨੂੰ ਬੈਚਲਰਸ ਵਾਸਤੇ ਹੀ ਇੰਨਾ ਇਵੋਲਵ ਕਰ ਦਈਏ ਕਿ ਬੱਚੇ ਬਾਹਰ ਨਹੀਂ ਜਾਣ। ਮੈਨੂੰ ਬਹੁਤ ਲੱਗਦਾ, ਮੈਂ ਆਪਣੇ ਪਿੰਡ ਜਾਂਦਾ ਜੀ, ਬੱਚਾ ਹੀ ਲੱਭਦਾ, ਬੁੱਢੇ ਸਾਰੇ ਬੈਠੇ ਨੇ, ਜਵਾਨ ਬੰਦਾ ਹੀ ਲੱਭਦਾ। ਸੋ ਇਟ ਗਿਵਸ ਅ ਵੈਰੀ ਦੈਟ ਫੀਲਿੰਗ ਇਜ਼ ਵੈਰੀ ਬੈਡ। ਸੋ ਦਿਸ ਇਜ਼ ਵਾਟ ਡਿਜ਼ਾਇਰ ਇਜ਼। ਦੇਖਾ ਸਵਾਲ ਕਿ ਜਦੋਂ ਰੈਂਕ ਮਿਲਿਆ ਯੂਨੀਵਰਸਿਟੀ ਨੂੰ, ਉਸ ਤੋਂ ਬਾਅਦ ਅਸੀਂ ਕਿਹੜਾ ਮਾਰਿਆ ਹੋਣਾ ਯੂਨੀਵਰਸਿਟੀ ਦਾ, ਭਲਵਾਨੀ ਕਿਹੜਾ ਕੀ ਬੱਚੇ ਮਿਲੇ ਨੇ, ਜਾਂ ਬੱਚੇ ਦੇ ਵਿੱਚ ਕਿਵੇਂ ਦੇ ਕਿਸ ਤਰ੍ਹਾਂ ਰਿਸਪੌਂਸ? ਭਲਵਾਨੀ ਕਿਹੜਾ ਨਹੀਂ ਮਾਰਿਆ, ਮੈਂ ਵੈਸੇ ਤੁਰਿਆ ਫਿਰਦਾ ਰਹਿੰਦਾ, ਵੀ ਆਦਤ ਹੈਗੀ ਆ, ਮੈਂ ਆਪਣੇ ਸਟੈਪਸ ਹੀ ਪੂਰੇ ਕਰਨੇ ਹੁੰਦੇ ਆ। ਮੈਂ ਅਤੇ ਉਹ ਸਟੈਪਸ ਪੂਰੇ ਮੈਂ ਮਿਲਿਆ, ਬੱਚੇ ਇੰਨੇ ਖੁਸ਼ ਨੇ ਕਿ ਅੱਜ ਮਤਲਬ ਮੈਨੂੰ ਪਤਾ ਨਹੀਂ ਕਿੰਨੇ ਬੱਚਿਆਂ ਨੂੰ ਮਿਲ ਕੇ ਉਹਨਾਂ ਨੇ ਹੱਗ ਕਰਕੇ ਮੁਝੇ ਜੱਫੀਆਂ ਪਾ ਕੇ ਮਿਲੇ ਨੇ ਕਿ ਸਾਡਾ ਰੈਂਕ ਵੱਧ ਗਿਆ। ਦਿਸ ਇਜ਼ ਮੁਹੱਬਤ। ਇਹੀ ਬੱਚੇ ਨੇ। ਹੋਰ ਕੋਈ ਮੈਂ ਅੱਜ ਚੱਕਰ ਜ਼ਰੂਰ ਵੱਡਾ ਲਾਇਆ, ਮੈਂ ਆਈ ਜਸਟ ਵੈਂਟ ਅਰਾਊਂਡ ਦੀ ਹੋਲ ਕੈਂਪਸ ਵਾਕਿੰਗ, 1.5-2 ਘੰਟੇ ਲਾਏ ਨੇ, 1.5 ਘੰਟੇ ਸਾਰੀ ਬੜੀ ਦੁਨੀਆ ਮਿਲੀ ਹੈ, ਆ ਕੇ ਮਿਲਦੇ ਪਏ ਨੇ। ਹਰ ਬੱਚੇ ਨੂੰ ਪਤਾ ਅੱਜ ਕੱਲ੍ਹ ਸੋਸ਼ਲ ਮੀਡੀਆ ਜ਼ਮਾਨਾ, ਹਰ ਬੰਦਾ ਉਹ ਦੇਖਣ ਡਿਆ ਕਿੰਨਾ ਰੈਂਕ ਹੈ ਕੀ ਨਹੀਂ। ਤੁਹਾਡੇ ਕਾਊਂਟਰ ਪਾਰਟ ਸਰ ਕੋਈ ਜੈਲਸ ਵੀ ਹੋਏ? ਪਤਾ ਨਹੀਂ ਜੀ, ਉਹਨਾਂ ਦੀ ਆਪਣੀ ਜ਼ਿੰਦਗੀ, ਸਾਡੀ ਆਪਣੀ ਜ਼ਿੰਦਗੀ, ਨੰਗਦੇ ਰਹੀ ਤਾਂ ਸਾਨੂੰ ਨਹੀਂ ਪਤਾ। ਬਟ ਅਸੀਂ ਇਹ ਹੈ ਕਿ ਅਸੀਂ ਆਪਣਾ ਬੈਸਟ ਫੁੱਟ ਫਾਰਵਰਡ ਰੱਖਿਆ। ਐਂਡ ਆਈ ਐਮ ਸਪੈਸ਼ਲੀ ਓਬਲੀਗੇਟਿਡ ਟੂ ਦ ਫੈਕਲਟੀ। ਮੈਂ ਦੱਸਾਂ, ਮੈਂ ਇੰਨੀ ਕੋਹੈਸਿਵ, ਇੰਨੀ ਅੱਛੀ ਫੈਕਲਟੀ, ਇੰਨੇ ਅੱਛੇ ਨਾਨ ਟੀਚਿੰਗ ਸਟਾਫ, ਇੰਨੇ ਅੱਛੇ ਰਿਸਰਚ ਫੈਲੋ ਸਟੂਡੈਂਟਸ ਨਹੀਂ ਦੇਖੇ। ਮਤਲਬ ਜਦੋਂ ਇਹ ਇੰਟਰੈਕਟ ਕਰਦੇ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜੀ। ਇਹ ਟੀਮ ਬੜੀ ਡਿਫਰੈਂਟ, ਮੈਂ ਵੀ ਜਾਂਦਾ ਚੇਅਰਮੈਨ, ਪਰ ਮੈਂ ਜੋ ਜਾਂਦਾ ਨਾ ਤਾਂ ਮੈਂ ਬੜਾ ਡਿਫਰੈਂਟ ਜਿਹਾ ਐਟੀਟਿਊਡ ਹੁੰਦਾ ਕਿ ਮੈਂ ਬੜਾ ਲਿਬਰਲ ਜਿਹਾ, ਆਈ ਕੀਪ ਦ ਐਟਮੋਸਫੀਅਰ ਵੈਰੀ ਕੂਲ। ਇਹ ਟੀਮ ਬੜੀ ਸਖਤ ਸੀ, ਬਹੁਤ ਸਖਤ ਟੀਮ ਸੀ। ਮਤਲਬ ਦੇ ਵਰ ਨਾਟ ਐਟ ਆਲ ਕਮਿਊਨੀਕੇਟਿਵ ਵਿਦ ਈਚ ਅਦਰ, ਕਿਉਂਕਿ ਪ੍ਰੋਬਬਲੀ ਆਈ ਨੋ ਮਤਲਬ ਆਪਣਾ ਟੈਂਪਰਾਮੈਂਟ ਹੁੰਦਾ। ਇਹਨਾਂ ਟੀਮ ਨੇ ਕੀਤਾ ਕਿ ਇਹਨਾਂ ਨੇ ਜਿੱਥੇ ਕੰਟੀਨਾਂ ਸੀਗੀਆਂ ਨਾ, ਇੱਕ ਤਾਂ ਫਾਰਮਲ ਇੰਟਰੈਕਸ਼ਨ ਸਟੂਡੈਂਟਸ ਨਾਲ ਹੁੰਦੀ ਹੈ, ਇੱਕ ਜਾ ਕੇ ਟੀਮ ਉੱਥੇ ਕੰਟੀਨ 'ਚ ਬਹਿ ਕੇ ਲੋਕਾਂ ਨਾਲ, ਬੱਚਿਆਂ ਨਾਲ ਗੱਲ ਕਰਨ ਲੱਗ ਪਏ। ਜਦ ਚੌਂਕੜੀ ਮਾਰੀ, ਉੱਥੇ ਸਟੂਲ 'ਤੇ ਬੈਠੇ, ਉੱਥੇ ਗੱਲਾਂ ਕਰਨੀ ਸ਼ੁਰੂ ਕਰਦੀਆਂ, ਤੁਹਾਡੀ ਯੂਨੀਵਰਸਿਟੀ ਕੈਸੇ ਹੈ, ਕਿਆ ਪੜ੍ਹਤੇ ਹੋ, ਕਿਆ ਨਹੀਂ ਕਰਤੇ, ਕਿਆ ਸਿਲੇਬਸ ਹੈ। ਮਤਲਬ ਦੇ ਵੈਂਟ ਔਨ ਆਸਕਿੰਗ ਐਵਰੀਥਿੰਗ ਫਰਮ ਦ ਐਂਡ ਮਾਈਂਡ ਯੂ, ਇਤਨੇ ਅੱਛਾ ਰਿਸਪੌਂਸ ਮਿਲਿਆ ਕਿ ਜਾਣ ਲੱਗਿਆ ਮੈਨੂੰ ਚੇਅਰਮੈਨ ਕਹਿੰਦਾ, ਯਾਰ ਤੁਸੀਂ ਕਿਆ ਬੱਚੇ ਤੁਹਾਡੇ, ਕਿਆ ਬੱਚੇ ਨੇ ਜਿਹੜੇ ਇੱਕ ਬੱਚੇ ਨੇ ਵੀ ਨਹੀਂ ਇਹ ਕਿਹਾ ਕਿ ਅਸੀਂ ਕਿਸੇ ਤਰੀਕੇ ਨਾਲ ਅਸੀਂ ਮਾੜੇ ਇੱਥੇ ਨੈਗੇਟਿਵ। ਸੇਮ ਅਲਿਊਮਨੀ, ਹੁਣ ਅਲਿਊਮਨੀ ਨਾਲ ਇਹਨਾਂ ਨੇ ਇੰਨਾ ਇੰਟਰੈਕਸ਼ਨ ਹੁੰਦਾ, ਅਸੀਂ ਕਿਸੇ ਅਲਿਊਮਨੀ ਨੂੰ ਨਹੀਂ ਕਿਹਾ ਕਿ ਤੁਸੀਂ ਆਓ, ਅਲਿਊਮਨੀ ਆਪਣੇ ਆਪ ਆਈ। ਅਸੀਂ ਸਿਰਫ ਇੱਕ ਮੇਲ ਭੇਜੀ ਕਿ ਤੁਸੀਂ ਆਓ। 15-20 ਬੰਦੇ ਤਾਂ ਓਬਵੀਅਸਲੀ ਕਹਿੰਦੇ ਹੁੰਦੇ, ਇੱਥੇ ਆਲਮੋਸਟ 150 ਬੰਦਾ ਆਇਆ। ਐਂਡ ਉਹ ਬੰਦੇ ਜਿਹੜੇ ਮੋਸਟ ਪਰਮਾਨੈਂਟ ਬੰਦੇ ਹੈਗੇ ਆ, ਐਂਡ ਦੇ ਸਾਰੀ ਦੁਨੀਆ ਤੋਂ, ਐਂਡ ਦੇ ਕੇਮ ਐਂਡ ਸੈਡ ਕਿ ਅੱਜ ਦਾ ਯੂਨੀਵਰਸਿਟੀ ਚੰਗੀ ਹੈ, ਇਹਦੇ ਕੋਲ ਇੱਦਾਂ ਹੀ ਫੈਕਲਟੀ ਨਾਲ ਇੰਟਰੈਕਸ਼ਨ ਹੋਈ, ਇੱਕ ਵੀ ਫੈਕਲਟੀ ਵਾਲਾ ਕੋਈ ਪੁੱਠਾ ਨਹੀਂ ਬੋਲੇ। ਸੋ ਇਹ ਸਭ ਰੱਬ ਦੀ ਮਿਹਰ ਹੈ ਜੀ। ਇਹ ਇੱਕ ਐਟਮੋਸਫੀਅਰ ਪ੍ਰੋਵਾਈਡ ਕਰੋ, ਸਭ ਕੁਝ ਠੀਕ ਹੋ ਜਾਂਦਾ। ਟੋਟਲ ਕਿੰਨੇ ਕ੍ਰਾਈਟੇਰੀਆ ਸੀ ਸਰ ਲਾਸਟ ਹੈ? ਕ੍ਰਾਈਟੇਰੀਆ ਸਰ 7 ਹੁੰਦੇ, ਬਟ 7 ਕ੍ਰਾਈਟੇਰੀਆ ਹੁੰਦੇ। ਬਟ ਉਹਦੇ 'ਚ ਮੇਜਰ ਕ੍ਰਾਈਟੇਰੀਆ ਜਿਹੜਾ ਹੁੰਦਾ ਉਹ ਟੀਚਿੰਗ ਲਰਨਿੰਗ ਦਾ ਇੱਕ ਹੁੰਦਾ ਹੈਗਾ, ਇੱਕ ਇਹਨਾਂ ਦਾ ਫਾਈਨੈਂਸਿਸ ਦਾ ਹੁੰਦਾ ਹੈਗਾ, ਇੱਕ ਰਿਸਰਚ ਦਾ ਹੁੰਦਾ ਹੈਗਾ, ਇੱਕ ਸਟੂਡੈਂਟ ਪ੍ਰੋਗਰੈਸ਼ਨ ਦਾ ਹੁੰਦਾ। ਬਾਕੀ ਕ੍ਰਾਈਟੇਰੀਆ ਤਾਂ ਜਿਹੜੇ ਨਾ ਹਰ ਇੱਕ ਨੰਬਰ ਵੇਰੀ ਕਰਦੇ, ਇਹ ਨਹੀਂ ਕਿ ਹਰ ਇੱਕ ਬਰਾਬਰ ਨੰਬਰ ਹੁੰਦੇ ਆ। ਜਿੱਦਾਂ ਰਿਸਰਚ ਦੇ ਨੰਬਰ ਜ਼ਿਆਦਾ। ਉਹ ਪੇਟੈਂਟਸ ਦੀ ਗੱਲ ਕਰੀਏ, ਪੇਟੈਂਟ ਸਾਡੇ ਕੋਲ ਵੀ ਹੈਡ ਜਸਟ 2 or 3 ਪੇਟੈਂਟਸ ਡੇ ਆਈ ਜੁਆਇੰਟ ਦ ਯੂਨੀਵਰਸਿਟੀ। ਹੁਣ ਸਾਡੇ 23 ਪੇਟੈਂਟ ਨੇ। ਹਾਂ, ਜੇ ਅਸੀਂ 5 ਸਾਲਾਂ ਵਿੱਚ 20 ਜਾਂ 21 ਪੇਟੈਂਟ ਕਰ ਸਕਦੇ ਹਾਂ ਤਾਂ ਵਾਈ ਵਰ ਯੂ ਸਲੀਪਿੰਗ ਫॉर ਲਾਸਟ 50 years? ਵੇਅਰ ਵਰ ਵੀ? ਪਹਿਲੇ 50 ਸਾਲਾਂ 'ਚ ਕਿੰਨੇ ਸੀ? 2-3। ਅੱਛਾ, ਤੇ ਤੁਸੀਂ 5 ਸਾਲਾਂ ਦੇ ਵਿੱਚ 23 ਪੇਟੈਂਟ। ਸੋ ਇਹ ਕਰਨ ਕੌਣ ਰਿਹਾ? ਜਿਹੜੀ ਫੈਕਲਟੀ ਕਰ ਰਹੀ ਹੈ, ਮੈਂ ਥੋੜ੍ਹੀ ਕਰ ਰਿਹਾ। ਇਟ ਇਜ਼ ਅ ਪੇਪਰਸ ਕਿੰਨੇ ਹੋਏ ਸਰ? ਪੇਪਰ ਟੋਟਲ ਸਾਡੇ ਕੋਲ 19 ਆਰ ਸਮ ਪੇਪਰ ਹਾਈ ਫੈਕਟਰ ਜਨਰਲ ਸੀ। ਉਹ ਤਾਂ ਐਚ ਇੰਡੈਕਸ ਦੱਸਣ ਡਿਆ ਜੀ, ਐਚ ਇੰਡੈਕਸ 64 ਤੋਂ 129 ਆਉਣਾ, ਇਟਸ ਅ ਮਿਰੇਕਲ। ਪਰ ਇਹ ਕੌਣ ਕਰ ਰਿਹਾ? ਮੈਂ ਤਾਂ ਨਹੀਂ ਕਰ ਰਿਹਾ। ਆਈ ਐਮ ਨੋਬਡੀ। ਮੈਂ ਤਾਂ ਆਈ ਜਸਟ ਅ ਕਸਟੋਡੀਅਨ। ਕਰਤਾ ਮੇਰੀ ਫੈਕਲਟੀ ਰਹੀ ਹੈ, ਮੇਰੇ ਰਿਸਰਚਰਸ ਕਰ ਰਹੇ ਨੇ। ਐਂਡ ਇੰਨੀ ਅੱਛੀ ਫੈਕਲਟੀ ਹੈ। ਹੁਣ ਆਏ ਨੇ, ਦੇਖੋ ਤੁਹਾਡੇ ਹੁੰਦੇ ਆਏ ਨੇ।
ਖੁਸ਼ੀ ਦਿਖਦੀ, ਜਿਹੜਾ ਮੂੰਹ 'ਤੇ ਖੁਸ਼ੀ ਦਿਖਦੀ, ਉਹਨਾਂ ਦਾ ਮਨ ਵੀ ਬਹੁਤ ਵਧੀਆ ਜੀ। ਅਸੀਂ ਤਾਂ ਚਲੇ ਜਾਣਾ ਹੁੰਦਾ, ਅਸੀਂ ਤਾਂ ਬਾਈ ਚਾਂਸ ਤੇ ਕੰਟਰੈਕਚੁਅਲ ਪੋਸਟ ਹੁੰਦੀ ਹੈ, ਇਹ ਤਾਂ ਇੱਕ ਸਟੂਡੀਓ 'ਤੇ ਆਇਆ ਗਿਆ, ਪਰ ਇਹਨਾਂ ਦੀ ਤਾਂ ਜ਼ਿੰਦਗੀ ਇੱਥੇ ਕੱਟਣੀ ਹੈ। ਐਂਡ ਜੇ ਅੱਜ ਇਹ ++ 3.85 ਹੈ, ਆਕੜ ਕੇ ਦੁਨੀਆ ਜਾ ਕੇ ਕਹਿਣਗੇ ਅਸੀਂ ਇਸ ਯੂਨੀਵਰਸਿਟੀ ਤੋਂ ਆਏ, ਇਹੀ ਚਾਹੀਦਾ। ਥੈਂਕ ਯੂ